ਦੁਬਿਧਾ ਇਹ ਫਲ ਨਾਹੀ ਜੀਉ। ਜਿਸ ਜਲ ਨਿਧ ਕਾਰਣ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਉ। ਛੋਡਹੁ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਉ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਉ। ਬਾਹਰ ਢੂੰਡਤ ਬਹੁਤ ਦੁਖ ਪਾਵਹਿ, ਘਰ ਅੰਮ੍ਰਿਤ ਘਟ ਮਾਹੀ ਜੀਉ। ਰਹਾਉ ਅਵਗੁਣ ਛੋੜ, ਗੁਣਾ ਕਉ ਧਾਵਹੁ। ਕਰ ਅਵਗੁਣ ਪਛੁਤਾਹੀ ਜੀਉ। ਸਰ ਅਪਸਰ ਕੀ ਸਾਰ ਨ ਜਾਣਹਿ, ਫਿਰ ਫਿਰ ਕੀਚ ਬੁਢਾਹੀ ਜੀਉ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਉ। ਨਿਰਮਲ ਨਾਮ ਜਪਹੁ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਉ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸੱਚ ਗੁਰ ਬਚਨੀ ਫਲ ਪਾਹੀ ਜੀਉ। ਜਿਉ ਭਾਵੈ ਤਿਉ ਰਾਖਹੁ ਹਰ ਜੀਉ। ਜਨ ਨਾਨਕ ਸ਼ਬਦ ਸਲਾਹੀ ਜੀਉ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸੱਚ ਗੁਰ ਬਚਨੀ ਫਲ ਪਾਹੀ ਜੀਉ। ਜਿਉ ਭਾਵੈ ਤਿਉ ਰਾਖਹੁ ਹਰ ਜੀਉ। ਜਨ ਨਾਨਕ ਸ਼ਬਦ ਸਲਾਹੀ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ, ਸੰਪੂਰਨ ਰੈਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ
ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ ਅਤੇ ਸਾਨੂੰ ਫਿਰ ਉਪਦੇਸ਼ ਮਿਲਦੇ ਨੇ ਕਿ ਭਾਈ ਇਹ ਸੰਸਾਰ ਮਾਇਆ ਦਾ ਸਰੂਪ ਹੈ, ਮਮਤਾ ਦਾ ਸਰੂਪ ਹੈ ਅਤੇ ਦਾ ਰੂਪ ਮੋਹਣੀ ਹੈ। ਅਸੀਂ ਆਪਣੇ ਆਪ ਉਹਨਾਂ ਤੋਂ ਬਚਾਵਣਾ ਹੈ। ਬਾਹਰ ਭਟਕਦਿਆਂ ਭਰਮਦਿਆਂ ਨੂੰ ਚੇਤਾ ਰਹੇ ਗੁਰੂ ਸ਼ਬਦ ਦਾ ਰਸ ਅੰਮ੍ਰਿਤ ਹਿਰਦੇ ਵਿੱਚੋਂ ਮਿਲਣਾ ਹੈ। ਸਾਰਾ ਕੁਝ ਸਾਡੇ ਹਿਰਦੇ ਦੇ ਵਿੱਚ ਕਰਤਾ ਪੁਰਖ ਨੇ ਪਾ ਦਿੱਤਾ ਹੈ। ਮਸ਼ੱਕਤ ਕਰਕੇ, ਮਿਹਨਤ ਕਰਕੇ ਉਸ ਨੂੰ ਪ੍ਰਾਪਤ ਅਸਾਂ ਨੇ ਕਰਨਾ ਹੈ। ਗੁਰਦੇਵ ਕਿਰਪਾ ਕਰਨ ਅਸੀਂ ਇਸ ਨੂੰ ਪ੍ਰਾਪਤ ਕਰ ਸਕੀਏ। ਇਹੀ ਸਾਰੇ ਵਿਸਤ੍ਰਿਤ ਭਾਵ ਦਾਰਸ਼ਨਿਕ ਤਰੀਕੇ ਦੇ ਨਾਲ ਅੱਜ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਇਸ ਪਾਵਨ ਸ਼ਬਦ ਵਿੱਚੋਂ ਸਾਨੂੰ ਪ੍ਰਾਪਤ ਹੋ ਰਹੇ ਨੇ। ਜਿਹੜਾ ਬਚਨ ਹੈ ਬੜਾ ਹੀ ਠਹਿਰਾਓ ਵਾਲਾ ਰਹੱਸਵਾਦ ਦਾ ਸਾਨੂੰ ਪ੍ਰਾਪਤ ਹੋਇਆ। ਭਾਵ ਲੜੀ ਦੇ ਵਿੱਚ ਵਾਚਨ ਵਿਚਾਰਨ ਵਾਸਤੇ ਬੜਾ ਹੀ ਗਹਿਰ ਗੰਭੀਰ ਤੇ ਰਸ ਭਰਪੂਰਨ ਹੈ। ਇਸ ਨੂੰ ਕਿਤੇ ਠਹਿਰ ਕੇ ਕੋਈ ਕੀਰਤਨੀਆ ਕੀਰਤਨ ਵਿੱਚ ਕਰਦਾ ਹੈ ਤੇ ਇਹਦਾ ਸਰੂਪ ਸੁੱਤੇ ਸਿੱਧੀ ਪ੍ਰਗਟ ਹੋਣ ਲੱਗ ਪੈਂਦਾ ਹੈ। ਕਿਉਂਕਿ ਕੁਝ ਸ਼ਬਦਾਂ ਦੀ ਸਾਹਿਬ ਨੇ ਬਣਤਰ ਇਸ ਢੰਗ ਦੀ ਬਣ ਗਈ ਹੈ ਕਿ ਜਦੋਂ ਉਹਨਾਂ ਨੂੰ ਕੋਈ ਠਹਿਰ ਕੇ ਗਾਵੇ, ਪੜ੍ਹੇ ਤੇ ਬਹੁਤ ਸਾਰੀਆਂ ਵਿਆਖਿਆਵਾਂ ਕਰਨ ਦੀ ਲੋੜ ਹੀ ਨਹੀਂ ਪੈਂਦੀ। ਬਸ ਥੋੜ੍ਹਾ ਜਿਹਾ ਮਨ ਦੇ ਠਹਿਰਾਵ ਦੀ ਜ਼ਰੂਰਤ ਹੈ। ਔਰ ਆਹੀ ਗੱਲ ਸਤਿਗੁਰੂ ਨੇ ਕੀਤੀ, ਜਿਸ ਜਲ ਨਿਧ ਕਾਰਨ ਤੁਮ ਜਾ ਕੇ ਆਏ। ਵੀ ਅਸੀਂ ਸੰਸਾਰ ਵਿੱਚ ਕਿਉਂ ਆਏ ਹਾਂ? ਸੰਸਾਰ ਦੇ ਵਿੱਚ ਜਿਤਨੇ ਵੀ ਜੀਵ ਅੱਜ ਕੱਲ੍ਹ ਕਿਰਤੀ ਆਪਾਂ ਕਹਿੰਦੇ ਹਾਂ, ਪ੍ਰੋਫੈਸ਼ਨਲ ਕਹਿੰਦੇ ਹਾਂ, ਕੋਈ ਨਾ ਕੋਈ ਮਕਸਦ ਲੈ ਕੇ ਤੁਰੇ ਫਿਰਦੇ ਹਾਂ। ਕਿਤੇ ਵੀ ਗਏ ਹਾਂ ਕੋਈ ਕਾਰਨ ਹੈ ਸਾਡਾ ਆਉਣ ਜਾਣ ਦਾ, ਬੈਠਣ ਦਾ ਕਾਰਨ ਹੈ ਨਾ। ਅਸੀਂ ਕਿਤੇ ਜਾਣੇ ਤੇ ਦੱਸਦੇ ਵੀ ਫਲਾਣੇ ਕਾਰਨ ਆਹ ਵਜ੍ਹਾ ਸੀ ਤਾਂ ਅਸੀਂ ਗਏ, ਕਾਜ਼ ਦੱਸਣੀ ਪੈਂਦੀ ਹੈ। ਕਦੇ ਅਸੀਂ ਸੋਚੀਏ ਵੀ ਅਸੀਂ ਮਾਤਲੋਕ 'ਤੇ ਕਿਉਂ ਆਏ ਹਾਂ? ਅਸੀਂ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ ਕਿਉਂਕਿ ਸਾਡਾ ਧਿਆਨ ਸੰਸਾਰ ਰਹਿ ਜਾਂਦਾ ਹੈ। ਅਸੀਂ ਸੰਸਾਰ ਦੀਆਂ ਲਹਿਰਾਂ ਦੇ ਵਿੱਚ, ਜਿਸ ਨੂੰ ਆਪਾਂ ਕਦੇ ਕਦੇ ਸਮੱਸਿਆਵਾਂ ਕਹਿੰਦੇ ਹੁੰਦੇ ਹਾਂ, ਉਹਨਾਂ ਦੇ ਵਿੱਚ ਇੰਨਾ ਉਲਝ ਜਾਂਦੇ ਕਿ ਚੇਤਾ ਹੀ ਭੁੱਲ ਜਾਂਦਾ ਕਿ ਮੈਂ ਕੌਣ ਹਾਂ, ਕੀ ਕਰਨ ਆਇਆ। ਆਹ ਘਰ ਪਰਿਵਾਰ ਦੀਆਂ ਕਈ ਵਾਰ ਜ਼ਿੰਮੇਦਾਰੀ ਨਿਭਾਉਂਦਿਆਂ ਜੀ ਇੰਨਾ ਉਲਝ ਜਾਂਦੇ ਆ ਕਿ ਆਪਣੇ ਸ਼ੌਕ, ਆਪਣੀਆਂ ਇੱਛਾਵਾਂ, ਆਪਣੇ ਡਿਜ਼ਾਇਰ ਸਭ ਰਹਿ ਜਾਂਦੇ ਨੇ। ਜਦੋਂ ਕਿਤੇ ਫੁਰਸਤ ਮਿਲੇ ਕਿਸੇ ਦਿਨ ਤੇ ਸੋਚੀਦੇ ਵੀ ਮੇਰਾ ਆਪਣਾ ਕੀ ਹੈ, ਮੇਰੀ ਆਪਣੀ ਵੀ ਕੋਈ ਇੱਛਾ, ਆਪਣੀ ਕੋਈ ਹੋਂਦ, ਆਪਣੀ ਵੀ ਕੋਈ ਡਿਜ਼ਾਇਰ, ਕਦੇ ਕੁਛ ਆਪਣੇ ਵਾਸਤੇ ਵੀ ਕੀਤਾ ਅਤੇ ਪਤਾ ਲੱਗਾ ਨਹੀਂ ਸਾਰਾ ਤੇ ਪਰਿਵਾਰ ਦੇ ਵਾਸਤੇ, ਦੂਜਿਆਂ ਵਾਸਤੇ ਹੀ ਕਰਦੇ ਰਹੇ। ਪਰ ਫਿਰ ਵੀ ਸ਼ੁਕਰ ਹੈ ਹੋ ਗਿਆ, ਹੋ ਰਿਹਾ। ਪਰ ਇਸੇ ਤਰ੍ਹਾਂ ਜੋ ਨਿੱਜ ਵਾਸਤੇ, ਪਰਿਵਾਰ ਵਾਸਤੇ ਕਰੀਦਾ ਹੈ, ਸਾਨੂੰ ਇੱਥੇ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਦੱਸਦੇ ਨੇ ਕਿ ਭਾਈ ਕੋਈ ਖਾਸ ਕਾਰਨ ਹੈ ਜਿਸ ਕਰਕੇ ਤੁਹਾਨੂੰ ਮਾਤਲੋਕ 'ਤੇ ਭੇਜਿਆ ਗਿਆ ਹੈ। ਇਸੇ ਕਰਕੇ ਉਸ ਨੂੰ ਇੱਕ ਬੜਾ ਹੀ ਪਿਆਰਾ ਜਿਹਾ ਬਚਨ ਜੋ ਸਾਡੇ ਵਡੇਰੇ ਪੜ੍ਹਦੇ ਸਨ, ਆਪਾਂ ਵੀ ਕਦੇ ਕਦੇ ਪੜ੍ਹ ਲੈਂਦੇ ਹਾਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਈ ਤੇਰੇ ਜਿਹੜੇ ਸੰਸਾਰ ਦੇ ਕੰਮ ਨਾ ਅਸੀਂ ਕਿਵੇਂ ਲੈਨੇ, ਕੰਮ ਕਰਦੇ, ਕਿਸੇ ਕੰਮ ਨਹੀਂ ਆਉਣੇ। ਨਹੀਂ, ਉਹ ਕੰਮ ਆਉਂਦੇ ਨਹੀਂ ਕਿਉਂਕਿ ਸੰਸਾਰ ਵਿੱਚ ਰਹਿ ਕੇ ਆਪਾਂ ਸੰਸਾਰ ਵਾਸਤੇ ਕਰਦੇ ਹਾਂ, ਪਰਿਵਾਰ ਵਾਸਤੇ ਕਰਦੇ ਹਾਂ। ਆ ਕਿਸੇ ਤੋਂ ਪੁੱਛ ਲਓ ਕਿਉਂ ਤੁਰੇ ਫਿਰਦੇ, ਕਹਿੰਦੇ ਕੀ ਕਰੀਏ, ਧੀਆਂ ਪੁੱਤਰ ਬੱਚੇ ਸੈੱਟ ਕਰਨੇ ਨੇ। ਕੋਈ ਕਹਿੰਦਾ ਜੀ ਮਾਪਿਆਂ ਦੀ ਦੇਖਭਾਲ ਕਰਦਾ ਪਿਆ, ਕੋਈ ਕਹਿੰਦਾ ਜੀ ਭੈਣ ਭਰਾਵਾਂ ਦੇ ਵਾਸਤੇ ਤੁਰਿਆ ਫਿਰਦਾ। ਸਾਡੇ ਕੋਲ ਸਾਰਾ ਅਲੱਗ-ਅਲੱਗ ਜਵਾਬ ਹੈਗੇ ਨੇ। ਇੱਕੋ ਜਵਾਬ ਹੈ ਜੀ ਕੀ ਕਰੀਏ, ਜ਼ਿੰਮੇਦਾਰੀਆਂ ਨੇ ਸੰਸਾਰ ਦੀਆਂ, ਨਿਭਾ ਰਹੇ ਹਾਂ। ਪਰ ਇਹਦੇ ਨਾਲ ਨਾਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਕੰਮ ਭਲਿਆ ਤੇਰੇ ਕੰਮ ਨਹੀਂ ਆਉਣੇ। ਇਹ ਜੋ ਕੁਝ ਵੀ ਆਪਾਂ ਕਰਦੇ ਹਾਂ ਇਹ ਤੇਰੇ ਕੰਮ ਨਹੀਂ ਆਉਣੇ, ਬਲਕਿ ਇਹਨਾਂ ਕੰਮਾਂ ਨੂੰ ਕਰਦਿਆਂ, ਇਹਨਾਂ ਕਿਰਤਾਂ ਨੂੰ ਕਰਦਿਆਂ ਅਗਰ ਤੂੰ ਕੋਈ ਗਲਤ ਕੰਮ ਕਰ ਬੈਠਾ ਤਾਂ ਉਹਦਾ ਜਵਾਬ ਤੈਨੂੰ ਦੇਣਾ ਪੈਣਾ। ਔਰ ਸਾਡੇ ਸਾਰਿਆਂ ਦੇ ਨਾਲ ਹੈ। ਜਿਹਨੂੰ ਪਾਵਨ ਬਾਣੀ 12 ਮਹਾਂ ਦੇ ਰਹੱਸ ਵਿੱਚ ਕਿਹਾ ਨਾ, ਕਿਰਤ ਕਰਮ ਕੇ ਵਿਛੋੜੇ। ਕਿਰਤ ਕਰਦਿਆਂ ਕੋਈ ਕਰਮ ਹੋ ਗਿਆ, ਕਰਮ ਤੇ ਹਮੇਸ਼ਾ ਹੁੰਦਾ ਹੈ।
ਕਿਉਂਕਿ ਅਸੀਂ ਤੁਸੀਂ ਕਿਰਤ ਨੂੰ ਕਰਮ ਕਹਿੰਦੇ ਹਾਂ। ਕਿਰਤ ਕਰਦੇ ਹਾਂ, ਕਿਰਤ ਦਾ ਮਤਲਬ ਰੋਜ਼ੀ ਰੋਟੀ ਕਮਾਉਂਦੇ ਹਾਂ। ਉਹ ਅਲੱਗ-ਅਲੱਗ ਤਰੀਕੇ ਨਾਲ ਆਪਾਂ ਕਮਾ ਰਹੇ ਹਾਂ ਸਾਰੇ, ਵੀ ਕੋਈ ਕੁਛ ਕਰਕੇ ਕਮਾ ਰਿਹਾ, ਕੋਈ ਕੁਛ ਕਰਕੇ ਕਮਾ ਰਿਹਾ। ਇਸ ਕਰਕੇ ਕਦੇ ਵੀ ਕਿਸੇ ਦੀ ਕਿਰਤ 'ਤੇ ਸਾਨੂੰ ਟੀਕਾ ਟਿੱਪਣੀ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਹਰ ਬੰਦੇ ਦਾ ਇੱਕੋ ਮਕਸਦ ਹੈ, ਰੋਜ਼ੀ ਰੋਟੀ ਕਮਾਣੀ। ਉਸ ਕਿਰਤ ਨੂੰ ਕਰਦਿਆਂ ਕਰਦਿਆਂ ਕਰਮ ਹੁੰਦੇ ਨੇ, ਅਤੇ ਉਹ ਜੋ ਕਰਮ ਕਿਰਤ ਕਰਦਿਆਂ ਹੁੰਦੇ ਨੇ ਨਾ, ਉਹਦੇ ਦੋ ਹੀ ਪੱਖ ਨੇ, ਚੰਗੇ ਜਮਨ ਦੇ। ਜਾਂ ਤਾਂ ਸਾਡੇ ਤੋਂ ਕਿਰਤ ਕਰਦਿਆਂ ਕੋਈ ਚੰਗਾ ਕੰਮ ਹੋ ਜਾਂਦਾ ਹੈ, ਅਤੇ ਕਈ ਵਾਰ ਮੰਦਾ ਕੰਮ ਵੀ ਹੋ ਜਾਂਦਾ ਹੈ। ਔਰ ਜੇ ਚੰਗਾ ਕੰਮ ਹੋ ਗਿਆ ਤਾਂ ਉਹਦਾ ਫਾਇਦਾ ਵੀ ਨਿਜ ਨੂੰ ਹੋਣਾ ਹੈ, ਅਤੇ ਜੇ ਮੰਦਾ ਕੰਮ ਹੋ ਗਿਆ ਤਾਂ ਉਹਦਾ ਨੁਕਸਾਨ ਵੀ ਨਿਜ ਨੂੰ ਹੋਣਾ ਹੈ, ਉਹ ਆਪਣਾ ਰਹਿ ਜਾਣਾ। ਕਿਰਤ ਦਾ ਮਤਲਬ, ਕਿਰਤ ਦੇ ਮਾਇਨੇ ਪਰਿਵਾਰ ਸੰਸਾਰ ਨਾਲ ਰਹਿ ਜਾਣੇ ਨੇ। ਕਿਰਤ ਦਾ ਸਮਾਂ ਵੀ ਥੋੜ੍ਹਾ ਹੁੰਦਾ, ਜੇ ਵੀ ਬੇਨਤੀ ਕਰਦੇ ਹਾਂ, ਸੰਸਾਰ ਮੰਡਲ 'ਚ ਕਿਰਤ ਦਾ ਸਮਾਂ ਵੀ ਥੋੜ੍ਹਾ ਹੈ, ਅਤੇ ਕਰਮ ਦਾ ਸਮਾਂ ਬਹੁਤ ਵੱਡਾ ਹੈ। ਕਿਰਤ ਦਾ ਸਮਾਂ ਤਾਂ ਅੱਜ ਵੀ ਵੇਖਿਆ ਜਾਏ ਤਾਂ ਲੋਕ 60 ਸਾਲ ਵਿੱਚ ਰਿਟਾਇਰ ਕਰ ਦਿੰਦੇ ਨੇ। ਇਹ ਕਿਰਤ ਵਾਲਿਆਂ ਦਾ ਨਿਯਮ ਹੈ ਨਾ, 60 ਸਾਲ 'ਚ ਰਿਟਾਇਰ ਕਰਤਾ। ਆ ਜੋ ਇੱਕ ਦਰਸ਼ਨ ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ, 60 ਕੋ ਬੁੱਢੇ ਪਾਵੇ 70 ਕਾ ਮਾਤਹੀਨ ਅਸੀਹਾਂ ਕੈ ਵਿਵਹਾਰ ਨਾ ਪਾਵੇ। ਸਾਨੂੰ ਕਿਰਤ ਵਿੱਚ 70-80 ਸਾਲ ਦੇ ਵਿਅਕਤੀ ਨੂੰ ਕੋਈ ਜੋਬ ਲੈਣ ਜਾਏ, ਨੌਕਰੀ ਲੈਣ ਜਾਏ, ਅਤੇ ਆਖੇ ਜੀ ਦੇਖੋ ਜੀ ਮੇਰੀ 75 ਸਾਲ ਉਮਰ ਹੈ, ਮੈਨੂੰ ਜੋਬ ਦੇ ਦਿਓ। ਅਗਲੇ ਕਹਿਣਗੇ ਬਾਬਾ ਘਰ ਬਹਿ ਜਾਓ। ਤੁਸੀਂ ਬੈਂਕਾਂ ਤੋਂ ਲੋਨ ਲੈਣ ਜਾਓ, ਤੁਹਾਨੂੰ ਬੈਂਕਾਂ ਤੋਂ 70-75 ਸਾਲ ਦੀ ਉਮਰ 'ਚ ਕਿਸੇ ਬਜ਼ੁਰਗ ਨੂੰ ਭਾਵੇਂ ਕਿੰਨਾ ਫਿੱਟ ਹੋਵੇ, ਛੇਤੀ ਕੀਤਿਆਂ ਬੈਂਕ ਲੋਨ ਨਹੀਂ ਦੇਵੇਗਾ। ਕਹੇਗਾ ਨਹੀਂ ਤੁਸੀਂ ਹੁਣ ਬਜ਼ੁਰਗ ਹੋ ਗਏ ਹੋ, ਸਾਡੀ ਕ੍ਰਾਈਟੇਰੀਆ ਤੋਂ ਬਾਹਰ ਨਿਕਲ ਗਏ ਹੋ, ਸਾਡੀ ਲਿਮਟਾਂ ਤੋਂ ਬਾਹਰ ਨਿਕਲ ਗਏ ਹੋ, ਵਿਵਹਾਰ ਵਿੱਚ ਨਹੀਂ ਅਸੀਂ ਆ ਰਹੇ। ਪਰ ਕੀ ਕਰਮ ਨਹੀਂ ਕਰ ਰਹੇ? ਕਰਮ ਤੇ 90 ਸਾਲ ਦਾ ਬੰਦਾ ਵੀ ਕਰ ਰਿਹਾ ਹੈ, ਕਰਮ ਤੇ ਹੋਰ ਉੱਪਰ ਦਾ ਵੀ ਕਰ ਰਿਹਾ, ਕਿਉਂਕਿ ਕਰਮ ਤੇ ਜਦ ਤੱਕ ਸਾਹ ਚੱਲਦਾ ਤਦ ਤੱਕ ਹੁੰਦਾ ਹੀ ਰਹਿਣਾ ਹੈ। ਕਰਮ ਤਦ ਤੱਕ ਹੁੰਦਾ ਰਹਿਣਾ। ਕਰਮ ਚੰਗਾ ਹੋਣਾ ਹੈ ਜਾਂ ਕਰਮ ਮੰਦਾ ਹੋਣਾ ਹੈ। ਹੋ ਸਕਦਾ ਅਸੀਂ ਆਖਰੀ ਵਕਤ ਭਾਵੇਂ ਕਿਸੇ 100 ਸਾਲ ਤੋਂ ਉੱਪਰ ਲੰਘ ਜਾਏ, ਉਦੋਂ ਵੀ ਕਰਮ ਹੋਣਾ ਹੈ। ਅਤੇ ਉਹ ਕਰਮ ਦੇ 3 ਪੱਖ ਨੇ, ਮਨ ਕਰਕੇ, ਬਚਨ ਕਰਕੇ ਅਤੇ ਤਨ ਕਰਕੇ। ਮਨਸਾ ਵਾਚਾ ਕਰਮਣਾ। ਉਹਨਾਂ ਕਰਮਾਂ ਦਾ ਜਵਾਬ ਸਾਨੂੰ ਦੇਣਾ ਪੈਣਾ। ਕਿਰਤਾਂ ਦਾ ਜਵਾਬ ਸਾਡਾ ਪਰਿਵਾਰ, ਸਾਡਾ ਆਲਾ ਦੁਆਲਾ, ਸਾਡਾ ਸਮਾਜ ਪੁੱਛ ਲੈਂਦਾ ਹੈ, ਪਰ ਕਰਮਾਂ ਦਾ ਜਵਾਬ ਸਾਨੂੰ ਆਪ ਦੇਣਾ ਪੈਂਦਾ। ਇਸੇ ਕਰਕੇ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕੰਮ। ਹੁਣ ਜੋ ਇਹ ਕੀਤੇ ਨੇ ਇਹ ਤੇਰੇ ਕੰਮ ਨਹੀਂ ਆਉਣੇ। ਮਹਾਰਾਜ ਫਿਰ ਮੇਰੇ ਕਿਹੜੇ ਕੰਮ ਆਉਣੇ ਆ? ਕਹਿਣ ਲੱਗੇ ਤੇਰੇ ਆਹ ਕੰਮ ਆਉਣਾ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆ ਇੱਥੇ ਬੈਠੇ ਹਾਂ ਸਤਸੰਗਤ ਵਿੱਚ, ਇੱਥੇ ਅਸੀਂ ਕਿਰਤ ਥੋੜ੍ਹੇ ਕਰ ਰਹੇ ਹਾਂ, ਕਰਮ ਬਹੁਤੇ ਕਰ ਰਹੇ ਹਾਂ। ਕਿਰਤ ਤੇ ਮੇਰੇ ਵਰਗਾ ਇੱਕਾ ਦੁੱਕਾ ਕਰ ਰਹੇ ਨਾ। ਆ ਜਿੰਨੇ ਅਸੀਂ ਜੀ ਆ ਡਿਊਟੀ 'ਤੇ ਆ, ਸਟਾਫ ਨੂੰ ਕਹਿੰਦੇ ਹੋ ਵੀ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰ ਹਾਂ, ਅਸੀਂ ਤਾਂ ਕਿਰਤ ਕਰ ਰਹੇ ਹਾਂ, ਪਰ ਤੁਸੀਂ ਤਾਂ ਕਰਮ ਕਰ ਰਹੇ ਹੋ ਨਾ। ਕਰਮ ਤੁਹਾਡਾ ਹੈ। ਹੁਣ ਇਹ ਗੱਲ ਤੁਹਾਡੇ 'ਤੇ ਨਿਰਭਰ ਕਰਦੀ ਹੈ, ਸਾਡੇ ਸਾਰਿਆਂ 'ਤੇ ਨਿਰਭਰ ਕਰਦੀ ਕਰਮ, ਕਿ ਆਪਾਂ ਗੁਰਦੁਆਰਾ ਸਾਹਿਬਾਨ ਵਿੱਚ ਹੈ, ਸਾਡੀ ਕਿਰਤ ਵੀ ਇੱਥੇ ਹੈ, ਪਰ ਕਰਮ ਅਸੀਂ ਚੰਗਾ ਕਰ ਰਹੇ ਹਾਂ ਕਿ ਕਰਮ ਮੰਦਾ ਕਰ ਰਹੇ ਹਾਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬਹੁਤ ਬਾਰੀਕ ਟਿੱਪਣੀ ਇੱਕ ਕੀਤੀ ਆ ਕਿ ਇੱਥੇ ਸਭ ਤੋਂ ਪਵਿੱਤਰ ਥਾਂ 'ਤੇ ਬੈਠੇ ਹਾਂ, ਅਤੇ ਇੱਥੇ ਸਾਨੂੰ ਕੁਝ ਮਿਲ ਰਿਹਾ ਕਿਰਤ ਕਰਨ ਲਈ, ਕੁਝ ਕਰਮ ਕਰਨ ਲਈ, ਅਤੇ ਇੱਕ ਨਜ਼ਰੀਏ ਤੋਂ ਅਸੀਂ ਸਭ ਤੋਂ ਖੁਸ਼ਕਿਸਮਤ ਹਾਂ। ਅਤੇ ਜੇ ਅਸੀਂ ਖੁਸ਼ਕਿਸਮਤੀ ਨੂੰ ਹੰਢਾ ਨਹੀਂ ਪਾਏ, ਉਸ ਨੂੰ ਪਕੜ ਨਹੀਂ ਪਾਏ, ਅਤੇ ਫਿਰ ਸਭ ਤੋਂ ਵੱਧ ਕਿਸਮਤ ਅਸੀਂ ਹਾਂ। ਜੇ ਇੱਥੇ ਬੈਠ ਕੇ ਕਿਸੇ ਨੇ ਮੰਦਾ ਕਰਮ ਕਰ ਲਿਆ, ਅਤੇ ਸ਼ਾਇਦ ਉਹ ਤੋਂ ਵੱਧ ਕਿਸਮਤ ਹੋਰ ਕਿਹੜਾ ਹੋਵੇਗਾ? ਕਿਉਂਕਿ ਇੱਥੇ ਆਲਾ ਦੁਆਲਾ ਤੇ ਚੰਗੇ ਕਰਮ ਲਈ ਕਹਿ ਰਿਹਾ, ਪਰ ਅਸੀਂ ਫਿਰ ਵੀ ਮਾੜਾ ਕਰਮ ਕਰ ਬੈਠੇ। ਸ਼ਾਇਦ ਇਹ ਸਾਡੀ ਬਦਕਿਸਮਤੀ ਹੁੰਦੀ ਹੈ। ਇੱਥੇ ਕੀਤਾ ਹੋਇਆ ਜੋ ਕਰਮ ਜਪਦਾ ਹੈ, ਸੰਗਤ ਦਾ ਹੈ, ਬਾਣੀ ਪੜ੍ਹਨ ਦਾ ਹੈ, ਪੜ੍ਹਾਉਣ ਦਾ ਹੈ, ਸੁਣਨ ਦਾ ਹੈ, ਸੁਣਾਉਣ ਦਾ ਹੈ, ਇਹ ਕਰਮ ਹੈ ਅਤੇ ਸਾਡੇ ਲੇਖੇ ਪਵੇਗਾ। ਇੱਥੇ ਬੈਠਿਆਂ ਨੂੰ ਦੱਸਿਆ ਜਾਂਦਾ ਕੀ ਕਰਨਾ ਚਾਹੀਦਾ, ਤੈਨੂੰ ਕੀ ਨਹੀਂ ਕਰਨਾ ਚਾਹੀਦਾ। ਇੱਥੇ ਕਿਰਤ ਦੀ ਗੱਲ ਨਹੀਂ ਆਪਾਂ ਕਰਦੇ ਵੀ ਤੁਹਾਨੂੰ ਕਿਹੜਾ ਕੰਮ ਸੰਸਾਰ ਬਾਜ਼ਾਰ 'ਚ ਕਰਨਾ, ਕਰੋ ਭਾਈ। ਇੱਥੇ ਕਰਮ ਲਿਖਿਆ, ਚੰਗਾ ਕਰਮ ਕਰੋ ਔਰ ਪ੍ਰਾਪਤੀ ਦਾ ਨਿਸ਼ਾਨਾ ਰੱਖੋ। ਕੀ ਕਰਨਾ ਹੈ, ਕਿਉਂ ਆਏ ਹਾਂ? ਅੱਜ ਇਹੀ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਾ ਕੇ ਆਏ।
ਪਿਆਰਿਓ, ਜਿਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਤੁਸੀਂ ਸੰਸਾਰ ਵਿੱਚ ਆਏ ਹੋ, ਉਸ ਵਸਤੂ ਨੂੰ ਅਦ ਜਲ ਨਿਧ ਕਿਹਾ ਹੈ। ਜਿਸ ਜਲ ਨਿਧ ਕਾਰਨ, ਜਿਸ ਜਲ ਨਿਧ ਦਾ ਅਖਰੀ ਅਰਥ ਕਰਾਂਗੇ ਜਲ ਦਾ, ਪਾਣੀ ਦਾ ਕੋਈ ਵੱਡਾ ਸੋਮਾ। ਚਲੋ ਪਾਣੀ ਦਾ ਸਭ ਤੋਂ ਵੱਡਾ ਸੋਮਾ ਸਾਗਰ ਹੁੰਦਾ ਸੀ ਜੀ ਕਹਿ ਲਵਾਂਗੇ। ਅਤੇ ਕਿਹਨੂੰ ਪ੍ਰਾਪਤ ਕਰਨਾ? ਇਹਨੂੰ ਅੰਮ੍ਰਿਤ ਜਲ ਨੂੰ। ਇਹਨੂੰ ਜਲ ਨਿਧ ਜੇ ਭਾਵਨਾਤਮਕ ਤਰੀਕੇ ਦੇ ਨਾਲ ਅਰਥ ਕਰਨਾ ਹੋਵੇ, ਇਹਦਾ ਅਰਥ ਬਣੇਗਾ ਅੰਮ੍ਰਿਤ ਜਲ। ਜਿਸ ਅੰਮ੍ਰਿਤ ਜਲ ਨੂੰ ਪ੍ਰਾਪਤ ਕਰਨ ਲਈ ਮਾਤਲੋਕ 'ਤੇ ਆਪਾਂ ਆਏ ਹਾਂ, ਉਹ ਕਿੱਥੋਂ ਮਿਲੇਗਾ? ਉਹ ਅੰਮ੍ਰਿਤ ਕਿੱਥੋਂ ਮਿਲੇਗਾ? ਕਹਿ ਲਗੇ ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਗੁਰੂ ਦੇ ਕੋਲ ਹੈ। ਸਾਡੇ ਭਾਰਤੀ ਦਰਸ਼ਨ ਵਿੱਚ ਹੀ ਨਹੀਂ ਬਲਕਿ ਸੰਸਾਰ ਪੱਧਰ ਦੇ ਧਾਰਮਿਕ ਮੰਡਲ ਦੇ ਗਿਆਨੀਆਂ ਨੇ ਇਹ ਮਨਾਉਤ ਰੱਖੀ ਹੈ ਵੀ ਕਿਤੇ ਅੰਮ੍ਰਿਤ ਕੁੰਟ ਹੈ। ਉਹਨਾਂ ਦੀ ਮਨਾਉਤ ਹੈ। ਅਜੇ ਤੱਕ ਕਿਸੇ ਨੂੰ ਉਸ ਤਰ੍ਹਾਂ ਲੱਭਿਆ ਕਿ ਨਹੀਂ ਲੱਭਿਆ ਪਤਾ ਨਹੀਂ। ਅਸੀਂ ਇਹਦੇ ਬਾਰੇ ਦਾਅਵੇ ਟਿੱਪਣੀਆਂ ਨਹੀਂ ਕਰਾਂਗੇ ਕਿ ਸੰਸਾਰ ਦੀ ਧਰਤੀ 'ਤੇ ਕਿਤੇ ਕੋਈ ਅੰਮ੍ਰਿਤ ਦਾ ਕੁੰਟ ਹੋਵੇਗਾ। ਕਹਾਣੀਆਂ ਦੇ ਵਿੱਚ ਹੈ ਜੀ, ਸਿਕੰਦਰ ਲੱਭਦਾ ਫਿਰਦਾ ਸੀ, ਸਿਕੰਦਰ ਨੇ ਪਾ ਵੀ ਲਿਆ ਹੋਵੇਗਾ, ਕਹਾਣੀਆਂ ਵਿੱਚ ਹੈ, ਯਥਾਰਥ ਵਿੱਚ ਨਹੀਂ ਹੈ। ਧਰਤੀ ਦਾ ਨਕਸ਼ਾ ਦੇਖ ਕੇ ਦੇਖਾਂਗੇ, ਠੀਕ ਹੈ, ਭਵਿੱਖ ਮਾਨ ਸਰੋਵਰ ਬੜਾ ਪਵਿੱਤਰ ਸਰੋਵਰ ਹੋਏਗਾ। ਸਾਡੀ ਦ੍ਰਿਸ਼ਟੀ 'ਚ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਬੜਾ ਪਵਿੱਤਰ ਹੋਏਗਾ। ਕਿਸੇ ਵਾਸਤੇ ਗੰਗਾ ਕੀ ਹਰ ਕੀ ਪੌੜੀ ਬੜੀ ਪਵਿੱਤਰ ਹੋਏਗੀ। ਕਿਸੇ ਵਾਸਤੇ ਤ੍ਰਿਵੇਣੀ ਹੈ ਜਿਹਨੂੰ ਹੁਣ ਪ੍ਰਯਾਗਰਾਜ ਕਹਿੰਦੇ, ਉਹ ਮੁਕਾਮ ਪਵਿੱਤਰ ਹੋਏਗਾ। ਕਿਸੇ ਵਾਸਤੇ ਰਾਮੇਸ਼ਵਰਮ ਦਾ ਉਹ ਕੁੰਟ ਪਵਿੱਤਰ ਹੋਏਗਾ। ਅਲੱਗ ਅਲੱਗ ਥਾਵਾਂ 'ਤੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਲੋਕਾਂ ਨੇ ਆਪਣੀ ਪਵਿੱਤਰਤਾ ਦੇ ਅੰਮ੍ਰਿਤ ਕੁੰਟ ਮੰਨ ਲਏ ਨੇ। ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜਲ ਨੂੰ ਅੰਮ੍ਰਿਤ ਜਲ ਕਹਿੰਦੇ ਹਾਂ। ਮਾਨਤਾਵਾਂ ਨੇ, ਮੰਨਦੇ ਨੇ। ਪ੍ਰੇਮੀਆਂ ਨੂੰ ਜਿਹੜੇ ਸ਼ਰਧਾਲੂ ਅਤੇ ਪ੍ਰੇਮੀ ਨੇ ਉਹਨਾਂ ਨੂੰ ਲਾਭ ਵੀ ਹੁੰਦਾ ਹੈ, ਕਿਉਂਕਿ ਲਾਭ ਸਾਡੇ ਹਿਰਦੇ ਦੇ ਕਰਕੇ ਹੁੰਦਾ ਹੈ। ਖੈਰ, ਇਹ ਤਾਂ ਵੱਖਰੀ ਸਮਾਜਿਕ ਸੰਸਾਰਕ ਗੱਲ ਹੈ ਨਾ, ਪਰ ਫਿਰ ਵੀ ਗੁਰੂ ਕਹਿੰਦੇ ਨੇ ਕਿਤੇ ਅੰਮ੍ਰਿਤ ਕੁੰਟ ਹੈਗਾ ਜੀ। ਉਹ ਧਰਤੀ ਦੇ ਨਕਸ਼ੇ 'ਤੇ ਮਿਲੇ ਕਿ ਨਾ ਮਿਲੇ ਪਤਾ ਨਹੀਂ। ਗੁਰ ਪਾਤਸ਼ਾਹ ਕਹਿਣਗੇ ਗੁਰੂ ਕੋਲ ਹੈਗਾ, ਸਾਡੇ ਕੋਲ ਵੀ ਹੈਗਾ। ਕਿੱਥੇ ਹੈ? ਸਾਡੇ ਸਾਰਿਆਂ ਦੇ ਹਿਰਦੇ ਵਿੱਚ ਕਰਤੇ ਨੇ ਅੰਮ੍ਰਿਤ ਕੁੰਟ ਪਾ ਦਿੱਤਾ ਹੈ, ਪਰ ਉਹ ਸਾਨੂੰ ਸਿੱਧੇ ਤੌਰ 'ਤੇ ਪ੍ਰਾਪਤ ਨਹੀਂ ਹੋ ਪਾ ਰਿਹਾ। ਉਸ ਨੂੰ ਪ੍ਰਾਪਤੀ ਕਰਨ ਵਾਸਤੇ, ਉਹ ਅੰਮ੍ਰਿਤ ਪ੍ਰਾਪਤ ਕਰਨ ਵਾਸਤੇ ਸਾਨੂੰ ਗੁਰੂ ਦੀ ਮਦਦ ਦੀ ਜ਼ਰੂਰਤ ਹੈ। ਗੁਰੂ ਉਸ ਅੰਮ੍ਰਿਤ ਕੁੰਟ ਤੱਕ ਸਾਡੀ ਪਹੁੰਚ ਬਣਵਾ ਦਿੰਦੇ ਨੇ। ਗੁਰੂ ਉਸ ਅੰਮ੍ਰਿਤ ਕੁੰਟ ਨਾਲ ਸਾਡਾ ਸੰਬੰਧ ਬਣਾ ਦਿੰਦੇ ਨੇ। ਗੁਰੂ ਉਹ ਅੰਮ੍ਰਿਤ ਕੁੰਟ ਸਾਨੂੰ ਦੇ ਦਿੰਦੇ ਨੇ, ਕਿਉਂਕਿ ਉਹ ਅੰਮ੍ਰਿਤ ਗੁਰੂ ਦੇ ਕੋਲ ਹੈ ਅਤੇ ਗੁਰੂ ਦੇ ਕੋਲੋਂ ਫਿਰ ਸਾਡੇ ਅੰਦਰ ਦਾ ਅੰਮ੍ਰਿਤ ਪ੍ਰਗਟ ਹੁੰਦਾ ਹੈ। ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਗੁਰੂ ਕੋਲ ਆਪਾਂ ਸਾਰੇ ਪੜ੍ਹਦੇ ਹਾਂ, ਨਿਤਨੇਮੀ ਤੇ ਰੋਜ਼ ਪਾਠ ਕਰਦੇ ਹੋਗੇ ਨਾ। ਸੰਸਾਰ ਸਾਰਾ ਹੀ ਅੰਮ੍ਰਿਤ ਤੇ ਅੰਮ੍ਰਿਤ ਕਹਿੰਦਾ। ਸੋ ਅੰਮ੍ਰਿਤ ਗੁਰ ਤੇ ਪਾਇਆ, ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ। ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਗੁਰੂ ਤੋਂ ਮਿਲਦਾ ਹੈ। ਯਾਦ ਰੱਖਣਾ ਜੀ, ਇਹ ਅੰਮ੍ਰਿਤ ਜੋ ਗੁਰੂ ਤੋਂ ਮਿਲਦਾ ਹੈ ਨਾ, ਇਹ ਸੰਸਾਰ ਦੇ ਦੇਖਣ ਵਾਲੇ ਕਿਸੇ ਪਦਾਰਥ ਦੇ ਰੂਪ 'ਚ ਨਹੀਂ ਮਿਲਦਾ। ਅੱਜ ਨੂੰ ਆਪਾਂ ਪੁੱਛਦੇ ਪਈ ਤੁਸੀਂ ਅੰਮ੍ਰਿਤ ਛਕੇ ਹੈ, ਇਹ ਪਾਹੁਲ ਹੈ। ਇਹਦਾ ਜੋ ਸ਼ੁੱਧ ਸਾਹਿਤਕ ਸਰੂਪ ਪਾਹੁਲ ਹੁੰਦਾ ਹੈ। ਇਹਦੇ ਬਾਰੇ ਕਿਹਾ ਵੀ ਕਿ ਪ੍ਰਥਮ ਰਹਿਤ ਜਾਂ ਖੰਡੇ ਕੀ ਪਾਹੁਲ ਸਕੇ, ਇਹਨੂੰ ਚਰਨ ਪਾਹੁਲ, ਅਤੇ ਬਾਅਦ ਵਿੱਚ ਪਾਤਸ਼ਾਹ ਦਸ਼ਮੇਸ਼ ਜੀ ਨੇ ਇਸ ਨੂੰ ਖੰਡੇ ਕੀ ਪਾਹੁਲ ਦੇ ਵਿੱਚ ਤਬਦੀਲ ਕੀਤਾ। ਪਾਹੁਲ ਹੈ। ਹਾਂ, ਇਸ ਪਾਹੁਲ ਦੇ ਸਦਕੇ ਕਿਸੇ ਦੇ ਹਿਰਦੇ 'ਚੋਂ ਅੰਮ੍ਰਿਤ ਪ੍ਰਗਟ ਹੋ ਸਕਦਾ ਹੈ। ਇਹ ਸੰਭਾਵਨਾ ਹੈ, ਕਿਉਂਕਿ ਇੱਕ ਤਕਨੀਕ, ਇੱਕ ਜੁਗਤ ਹੈ। ਇਹਦੇ ਵਿੱਚ ਕਲਾ ਹੈ, ਵਰਤਦੀ ਹੈ, ਕਿਸੇ 'ਤੇ ਵਰਤ ਜਾਂਦੀ ਹੈ। ਦਾਵਾ ਸਾਰਿਆਂ ਦਾ ਨਹੀਂ ਜੇ, ਕਿਸੇ 'ਤੇ ਵਰਤ ਜਾਂਦੀ ਹੈ, ਕਿਉਂਕਿ ਉਹ 'ਤੇ ਵਰਤੇ ਜੋ ਪਾਤਰ ਹੁੰਦਾ ਹੈ ਉਹ ਅੰਮ੍ਰਿਤ ਗੁਰੂ ਦੇ ਕੋਲ ਹੈ। ਉਹ ਅੰਮ੍ਰਿਤ ਜਦੋਂ ਸਾਡੇ, ਬੜਾ ਪਿਆਰਾ ਬਚਨ ਆਪਣੇ ਪਿੱਛੇ ਪੜ੍ਹਿਆ ਹੋਣਾ, ਇੱਕ ਰਾਗ ਬਿਹਾਗੜਾ ਸਿੱਖ ਦੇ ਸਮਾਂ ਲੱਗੇ ਪੜ੍ਹਨਾ। ਗੁਰ ਅੰਮ੍ਰਿਤ ਹਰ ਮੁਖ ਚੋਇਆ, ਫਿਰ ਮਰਦਾ ਬਹੁੜੋ ਜਿਵਾਇਆ ਰਾਮ। ਅਸੀਂ ਤੇ ਆਤਮਿਕ ਪੱਖੋਂ ਮਰ ਚੱਲੇ ਹਾਂ, ਮਨੁੱਖਤਾ ਮਰ ਚੱਲੀ। ਗੁਰੂ ਨੇ ਉਹ ਅੰਮ੍ਰਿਤ ਮੂੰਹ ਵਿੱਚ ਪਾ ਦਿੱਤਾ ਹੈ। ਉਹ ਅੰਮ੍ਰਿਤ ਸ਼ਬਦ ਦੇ ਸਦਕੇ ਮਿਲਦਾ ਹੈ। ਭਾਈ ਸਾਹਿਬ ਜੀ ਇਸ ਵਾਕਿਆ ਨੂੰ ਸਾਨੂੰ ਸਮਝਾਉਣ ਵਾਸਤੇ ਇੱਕ ਉਦਾਹਰਣ ਵਰਤਿਆ ਕਰਦੇ ਸੀ ਵੀ ਕਿਵੇਂ
ਜੋ ਅੰਮ੍ਰਿਤ ਗੁਰੂ ਤੋਂ ਮਿਲਦਾ ਹੈ, ਅਤੇ ਸਾਡੇ ਹਿਰਦਿਆਂ ਵਿੱਚ ਅੰਮ੍ਰਿਤ ਹੈ, ਉਹਨੂੰ ਕੀ ਕਰੀਏ, ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰੀਏ। ਆ ਬਚਨ ਹੈ ਨਾ, ਗੁਰੂ ਦੇ ਕੋਲ ਅੰਮ੍ਰਿਤ ਹੈ ਅਤੇ ਛੋਡੋ ਵੇਸ ਭੇਖ ਚਤੁਰਾਈ। ਆ ਦੁਨੀਆ ਭਰ ਦੇ ਆਪਾਂ ਲਿਬਾਸਾਂ ਦੇ ਚੱਕਰ 'ਚ ਪਏ ਆ, ਕਿਵੇਂ ਕਰਨਾ, ਅਸੀਂ ਸਮਝ ਬੈਠੇ ਸ਼ਾਇਦ ਇਹੋ ਹੀ ਸਿੱਖੀ ਹੈ ਵੀ ਇੱਦਾਂ ਦੇ ਕੱਪੜੇ ਪਾ ਲਏ, ਇੱਦਾਂ ਦੇ ਚੋਲੇ ਪਾ ਲਏ, ਇੱਦਾਂ ਦੀਆਂ ਦਸਤਾਰਾਂ ਸਜਾ ਲਈਆਂ, ਅਸੀਂ ਬੜੇ ਵੱਡੇ ਸਿੱਖ ਹੋ ਗਏ। ਉਹ ਨਹੀਂ ਭਾਈ, ਗੁਰੂ ਨਾਨਕ ਤੇ ਡੰਕੇ ਦੀ ਚੋਟ ਤੇ ਕਹਿੰਦੇ ਛੋਡੋ, ਇਹਨਾਂ ਚੱਕਰਾਂ ਨੂੰ ਛੱਡੋ, ਇਹ ਵੇਸ਼ਾਂ ਦਾ ਚੱਕਰ, ਇਹ ਭੇਖਾਂ ਦਾ ਚੱਕਰ ਛੱਡ ਦਿਓ। ਗੁਰੂ ਨਾਨਕ ਦੇ ਬਚਨ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਔਰ ਸਵਈਆਂ ਨੂੰ ਤੇ ਆਪ ਰੋਜ਼ ਪੜ੍ਹਦੇ ਹੋਗੇ, ਜੋ ਅੰਮ੍ਰਿਤ ਕੇ ਨਿਤਨੇਮ ਕੀ ਬਾਣੀ 'ਚ ਪੜ੍ਹਦੇ ਹੋ, ਉਹਦੇ 'ਚ ਕਿਤਨਾ ਕੁ ਕਿਹਾ ਹੈ। ਕੀ ਕਰੀਏ ਭਾਈ ਸਾਹਿਬ, ਬੜਾ ਉਦਾਹਰਣ ਦਿੱਤੇ, ਕਹਿੰਦੇ ਤੁਸੀਂ ਨਲਕੇ ਲੱਗਦੇ ਦੇਖੇ ਨੇ, ਅਤੇ ਤਕਰੀਬਨ ਜਿਹੜੇ ਵਡੇਰੇ ਸਾਰੇ ਨਲਕੇ ਲੱਗਦੇ ਦੇਖੇ। ਹਾਂਜੀ ਦੇਖੇ। ਕਾਰੀਗਰ ਆਉਂਦਾ ਆਪਣੀ ਤਮਾਮ ਇੰਤਜ਼ਾਮਾਤ ਲੈ ਕੇ, ਉਹ ਸਾਡੀ ਦੱਸੀ ਹੋਈ ਜ਼ਮੀਨ 'ਤੇ ਇੱਕ ਬੋਰਿੰਗ ਕਰ ਦਿੰਦੇ ਨੇ, ਪਾਈਪ ਲਗਾ ਦਿੰਦੇ ਨੇ, ਡੂੰਘਾ ਬੋਰਿੰਗ ਕਰਕੇ ਪਾਈਪ ਲਗਾ ਕੇ ਉੱਤੇ ਇੱਕ ਮਸ਼ੀਨ ਲਗਾ ਦਿੰਦੇ ਨੇ, ਅਤੇ ਮਸ਼ੀਨ ਲਗਾ ਕੇ ਉਹ ਮਸ਼ੀਨ ਦੇ ਫਿਰ ਸਿਰ ਤੋਂ ਉੱਤੋਂ ਪਾਣੀ ਪਾਉਂਦੇ ਨੇ। ਉਸ ਹੱਥ ਦੀ ਮਸ਼ੀਨ ਦੇ ਸਿਰ 'ਤੇ ਪਾਣੀ ਪਾ ਕੇ ਸਾਨੂੰ ਕਹਿੰਦੇ ਨੇ ਭਾਈ ਹੁਣ ਇਸ ਬੋਕੀ ਨੂੰ ਬਾਰ-ਬਾਰ ਚਲਾਓ, ਅਤੇ ਜਦੋਂ ਉੱਤੋਂ ਪਾਣੀ ਪਾਈ ਜਾਂਦੇ ਨੇ, ਬੋਕੀ ਚੱਲਦੀ ਰਹਿੰਦੀ, ਅੰਦਰ ਦੀ ਹਵਾ ਮੁੱਕ ਜਾਂਦੀ ਹੈ, ਇਹ ਪ੍ਰੈਸ਼ਰ ਮੇਨਟੇਨ ਹੋ ਜਾਂਦਾ ਹੈ, ਅਤੇ ਜ਼ਮੀਨ ਦੇ ਅੰਦਰਲਾ ਪਾਣੀ ਬਾਹਰ ਪ੍ਰਾਪਤ ਹੋਣ ਲੱਗ ਪੈਂਦਾ। ਨਲਕਿਆਂ ਦੀ ਜੁਗਤ ਇਹੀ ਆ ਨਾ, ਪਰ ਨਲਕਿਆਂ ਦਾ ਪਾਣੀ ਕਿੰਨਾ ਚਿਰ ਮਿਲਦਾ ਹੈ, ਜਿੰਨਾ ਚਿਰ ਹੈਂਡਲ ਹੱਥੀ ਚੱਲਦੀ ਹੈ ਉਹਨਾਂ ਚਿਰ ਮਿਲਦਾ। ਤੁਸੀਂ ਹੱਥੀ ਰੋਕ ਦਿਓਗੇ, ਪਾਣੀ ਰੁਕ ਜਾਏਗਾ। ਤੁਸੀਂ ਕੁਝ ਦਿਨ ਨਲਕੇ ਨੂੰ ਲਗਾਤਾਰ ਹੱਥੀ ਨਾ ਚਲਾਓ, ਪਾਣੀ ਹੇਠਾਂ ਉਤਰ ਜਾਏਗਾ, ਦੁਬਾਰਾ ਫਿਰ ਸਾਨੂੰ ਸਿਰ ਤੋਂ ਪਾਣੀ ਪਾਉਣਾ ਪਏਗਾ। ਇਸੇ ਤਰ੍ਹਾਂ ਕਹਿੰਦੇ ਸੀ ਕਰਤ ਗੁਰੂ ਨੇ ਕੀ ਕੀਤਾ ਹੈ, ਤੈਨੂੰ ਬਖਸ਼ਿਸ਼ ਦਿੱਤੀ, ਸ਼ਬਦ ਤੇਰੇ ਅੰਦਰ ਪਾ ਦਿੱਤਾ ਹੈ, ਮਿਹਨਤ ਕਰਕੇ, ਧਿਆਨ ਕਰਕੇ, ਸਿਮਰਨ ਕਰਕੇ ਤੈਨੂੰ ਦੱਸਿਆ ਹੈ ਕਿ ਤੂੰ ਆਪਣੇ ਅੰਦਰ ਉਸ ਡੂੰਘੇ ਤਲ ਤੱਕ ਪਹੁੰਚ, ਜਿਹਨੂੰ ਅਸੀਂ ਕਹਿੰਦੇ ਸੁਰਤ ਦੀ ਡੂੰਘਾਈ, ਜਿਹਨੂੰ ਅਸੀਂ ਕਦੇ ਹਿਰਦੇ ਦੀ ਡੂੰਘਾਈ, ਕਈਆਂ ਸ਼ਬਦਾਂ ਦੇ ਨਾਲ ਜਾਣਨ ਦਾ ਯਤਨ ਕਰਦੇ ਹਾਂ। ਅੰਦਰ ਖੂਟਾ ਅੰਮ੍ਰਿਤ ਭਰਿਆ, ਕਿਵੇਂ ਕਰੀਏ, ਸ਼ਬਦੇ ਕਾਢ ਪੀਏ ਪਨਹਾਰੀ। ਉਹ ਭਾਈ ਸ਼ਬਦ ਦੇ ਸਦਕੇ ਗੁਰੂ ਪਾਸੋਂ ਅੰਮ੍ਰਿਤ ਮਿਲਦਾ ਹੈ। ਗੁਰੂ ਦੇ ਕੋਲ ਤਕਨੀਕ ਹੈ, ਗੁਰੂ ਕੋਲ ਜੁਗਤ ਹੈ। ਯਾਦ ਰੱਖਣਾ, ਇਹ ਤਕਨੀਕ ਮਸ਼ੀਨੀ ਨਹੀਂ ਹੈ। ਜ਼ਮੀਨੀ ਪਾਣੀ ਨੂੰ ਪ੍ਰਾਪਤ ਕਰਨ ਵਾਸਤੇ ਤੇ ਮਸ਼ੀਨੀ ਤਕਨੀਕ ਵਰਤੀ ਜਾਏਗੀ, ਪਰ ਹਿਰਦੇ ਦੇ ਅੰਮ੍ਰਿਤ ਜਲ ਨੂੰ ਪ੍ਰਾਪਤ ਕਰਨ ਵਾਸਤੇ ਦੁਨਿਆਵੀ ਤਕਨੀਕ ਨਹੀਂ, ਇਹ ਧਿਆਨ ਪ੍ਰੇਮ ਵਰਤਿਆ ਜਾਏਗਾ। ਕਿਤਨਾ ਪ੍ਰੇਮ ਕਰਦੇ ਹਾਂ, ਕਿਤਨਾ ਪ੍ਰੇਮ ਦੇ ਨਾਲ ਅਸੀਂ ਵਾਹਿਗੁਰੂ ਕਹਿੰਦੇ ਹਾਂ, ਕਿਤਨੇ ਪ੍ਰੇਮ ਦੇ ਨਾਲ ਗੁਰੂ ਕੋ ਬੈਠਦੇ ਹਾਂ। ਸਿਆਣੇ ਤੇ ਤੱਕ ਮੰਨਦੇ ਨੇ ਕਿ ਸਾਡੇ ਬਹੁਤ ਸਾਰੇ ਪੂਜਾ ਪਾਠ, ਜਾਪ ਤਾਪ, ਜੋ ਕੁਝ ਵੀ ਆਪਾਂ ਕਰਦੇ ਹਾਂ, ਕੋਈ ਮਾਇਨੇ ਨਹੀਂ ਰੱਖਦੇ ਜਿੰਨਾ ਚਿਰ ਗੁਰੂ ਦੀ ਨਜ਼ਰ ਨਹੀਂ ਪੈਂਦੀ। ਅਤੇ ਕੋਈ ਗੁਰੂ ਦੇ ਨੇੜੇ ਹੋ ਜਾਂਦਾ ਹੈ, ਗੁਰੂ ਕਾ ਪਿਆਰਾ ਹੁੰਦਾ ਹੈ ਨਾ, ਉਹ ਪੂਜਾ ਪਾਠ ਜਾਪ ਤਪ ਕਰੇ ਤੇ ਭਾਵੇਂ ਬਹੁਤੇ ਨਾ ਕਰੇ, ਬਸ ਗੁਰੂ ਕਾ ਪਿਆਰਾ ਹੈ ਨਾ। ਆ ਪ੍ਰਹਲਾਦ ਦੀ ਸਾਖੀ ਰੋਜ਼ ਸੁਣਦੇ, ਕਿੰਨੇ ਕੁ ਜਾਪ ਤਪ ਕਰਦਾ ਹੈ, ਪੂਜਾ ਤਰਪਣ ਗਾਇਤਰੀ, ਕਿੰਨੇ ਕੁ ਯੱਗ ਹਵਨ ਕਰਦਾ ਹੈ, ਕਿੰਨੇ ਕੁ ਮੰਤਰ ਪੜ੍ਹਦਾ ਹੈ। ਨਹੀਂ, ਮਹਾਰਾਜ ਆਪ ਕਹਿੰਦੇ ਨੇ ਇਹ ਸੰਧਿਆ ਤਰਪਣ ਗਾਇਤਰੀ ਕਛੂ ਨਾ ਜਾਣਾ ਹੈ। ਇਹ ਕੁਝ ਨਹੀਂ, 5 ਵਰਿਆਂ ਦਾ ਬਾਲਕ ਕਿੰਨਾ ਕੁ ਕੁਝ ਕਰ ਸਕਦਾ ਹੈ, ਅਤੇ ਕਰਦਾ ਕੀ ਹੈ, ਇੱਕ ਪ੍ਰੇਮ ਕਰਦਾ ਹੈ, ਇੱਕ ਵਿਸ਼ਵਾਸ ਰੱਖਦਾ ਹੈ ਜੋ ਸਾਡੇ ਤੋਂ ਨਹੀਂ ਹੋ ਪਾ ਰਿਹਾ। ਆਪਣੇ ਗੁਰੂ 'ਤੇ ਵਿਸ਼ਵਾਸ, ਆਪਣੇ ਗੁਰੂ 'ਤੇ ਪ੍ਰੇਮ, ਖੁੱਲ੍ਹੇ ਹਿਰਦੇ ਦੇ ਨਾਲ, ਪ੍ਰੇਮ ਦੇ ਨਾਲ ਗੁਰੂ ਕੋ ਆ ਕੇ ਬਹਿ ਜਾਈਏ। ਜਦੋਂ ਪ੍ਰੇਮ ਦੇ ਨਾਲ, ਖੁੱਲ੍ਹੇ ਹਿਰਦੇ ਦੇ ਨਾਲ ਅਸੀਂ ਗੁਰੂ ਕੋਲ ਬਹਿੰਦੇ ਹਾਂ, ਅਤੇ ਫਿਰ ਗੁਰੂ ਸਾਡੇ 'ਤੇ ਨਿਗਾਹ ਪਾ ਦਿੰਦੇ ਨੇ, ਜਿਹਨੂੰ ਨਦਰ ਕਹੀ ਨੇ ਗੁਰਬਾਣੀ 'ਚ। ਔਰ ਸਿਆਣੇ ਮੰਨਦੇ ਨੇ ਅਰਦਾਸ ਪਤਾ ਕਿਹੜੀ ਕਾਮਯਾਬ ਹੁੰਦੀ ਹੈ, ਜਦੋਂ ਅਰਦਾਸੀਆ ਕਰਨ ਵਾਲਾ ਅਤੇ ਸੰਗਤ ਖੁਸ਼ ਹੁੰਦੀ ਹੈ। ਨਹੀਂ ਤਾਂ ਜਿੰਨੇ ਮਰਜ਼ੀ ਕਰਦੇ ਰਹੋ, ਸੰਸਾਰ ਹੁੰਦਾ ਜਾਂਦਾ, ਕੁਝ ਨਹੀਂ ਮਿਲਦਾ। ਅਗਰ ਉਹ ਖੁਸ਼ ਹੈ, ਉਹ ਸ਼ੁੱਧ ਹਿਰਦੇ ਨਾਲ, ਪ੍ਰੇਮ ਦੇ ਨਾਲ, ਪਿਆਰ ਭਾਵ ਦੇ ਨਾਲ ਅਰਦਾਸ ਕਰਦਾ ਅਤੇ ਬਚਨ ਪ੍ਰਵਾਨ ਹੋ ਜਾਂਦਾ ਹੈ। ਇਸੇ ਤੋਂ ਕਰਕੇ ਅਬਰਾ ਪਾਵਨ ਬਾਣੀ 'ਚ ਪਿਆ ਬਚਨ ਹੈ, ਅਸੀਂ ਤੁਸੀਂ ਬਹੁਤ ਸਾਰੇ ਬੋਲਦੇ ਰਹਿੰਦੇ ਹਾਂ, ਕਿੰਨੇ ਕੁ ਕੰਮ ਹੁੰਦੇ ਨੇ, ਪਰ ਜਦੋਂ ਕੋਈ ਪਿਆਰਾ ਗੁਰਮੁਖ ਬੋਲਦਾ ਹੈ, ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹੋਵੰਦੇ। ਭਗਤ ਮੁਖੋਂ ਬੋਲਦੇ ਨੂੰ ਕੰਮ ਹੋ ਜਾਂਦੇ ਨੇ। ਇਸ ਕਰਕੇ ਭਾਈ ਅਰਦਾਸ ਕਰਨ ਲੱਗੇ ਭਾਵ ਨੂੰ ਰੱਖੀਏ, ਪ੍ਰੇਮ ਨੂੰ ਰੱਖੀਏ, ਖੁਸ਼ੀ ਨੂੰ ਰੱਖੀਏ। ਮਹਾਰਾਜ ਕਹਿਣ ਲੱਗੇ, ਜਿਸ ਜਲ ਨਿਤ ਕਾਰਨ ਤੁਮ ਜਗੇ ਆਏ, ਤੁਸੀਂ ਜਿਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਆਏ ਹੋ, ਜੋ ਤੁਹਾਡਾ ਨਿਸ਼ਾਨਾ ਹੈ, ਕਿਉਂਕਿ ਉਹ ਅੰਮ੍ਰਿਤ ਮਿਲੇਗਾ
चित्ता दी मुक्त हो गए। वो अमृत है विचारां दा अमृत, वो अमृत है गुरु की नदर दे सदके, वो अमृत है गुरु के प्यार दे सदके। उस अमृत दे सदके मुक्ति है। ਉਹਨੇ ਕਈਆਂ ਰੂਪਾਂ 'ਚ ਉਹਨੂੰ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਉਹਨੂੰ ਇੰਜ ਕਹਿ ਲੈਂਦਾ ਕਿ ਬਸ ਸੱਚ ਹੈ ਉਹ। ਅਤੇ ਸੱਚ ਪ੍ਰਾਪਤ ਕਰਨ ਵਾਸਤੇ ਪਹਿਲੇ ਭਾਂਡਾ ਤੇ ਸਾਫ਼ ਕਰਨਾ ਪੈਣਾ ਨਾ। ਪਿੱਛੇ ਇੱਕ ਵਚਨ ਪੜ੍ਹ ਸਨ, 2-3 ਸ਼ਬਦ, 3 ਪੁਰਾਣੀ ਗੱਲ ਹੋਏਗੀ। ਸੂਚੇ ਭਾਂਡਾ ਸਾਥ ਸਮਾਵੈ, ਬਿਰਲੇ ਸੂਚਾ ਚਾਰੀ। ਬਈ ਸੁੱਚਿਆਂ ਭਾਂਡਿਆਂ ਦੇ ਵਿੱਚ ਹੀ ਸੱਚ ਪਏਗਾ, ਪਰ ਇਹ ਸੱਚਾ ਸੁੱਚਾ ਭਾਂਡਾ ਲੈ ਕੇ ਕਿੰਨੇ ਕੁ ਜੀ ਇੱਥੇ ਅਸੀਂ ਆਉਂਦੇ ਹਾਂ, ਇਹ ਵਿਰਲੇ ਨੇ ਸਾਡੇ 'ਚੋਂ, ਜਿਨ੍ਹਾਂ ਦਾ ਹਿਰਦੇ ਰੂਪੀ ਭਾਂਡਾ ਸੱਚਾ ਅਤੇ ਸੁੱਚਾ ਹੈ। ਨਹੀਂ ਤਾਂ ਸਾਡਾ ਬਹੁਤਿਆਂ ਦਾ ਹਿਰਦੇ ਰੂਪੀ ਭਾਂਡਾ ਈਰਖਾ, ਨਿੰਦਾ, ਚੁਗਲੀ, ਦਵੈਸ਼, ਕਾਮ, ਕ੍ਰੋਧ, ਹੰਕਾਰ ਦੇ ਨਾਲ ਮੈਲਾ ਭਰਿਆ ਪਿਆ ਹੈ। ਉਂਝ ਸਿੱਕੇ ਨੇ, ਦੇਖੋ ਜੀ ਮੈਂ ਲਿਸ਼ਕਦੇ ਪੁਸ਼ਕਦੇ ਕੱਪੜੇ ਪਾਏ ਨੇ, ਮੈਂ ਰੇਸ਼ਮੀ ਪਾਏ ਨੇ, ਬੜੇ ਵਧੀਆ ਪਾਏ ਨੇ। ਨਹੀਂ ਭਾਈ, ਅੰਦਰੋਂ ਜਿਨ੍ਹਾਂ ਦੇ ਸੁੱਚਾ ਹੋਏਗਾ, ਸੁੱਚ ਹੋਏਗੀ ਅਤੇ ਸੱਚ ਮਿਲ ਜਾਏਗਾ। ਇਸ ਕਰਕੇ ਸੰਸਾਰ ਦੇ ਦਿਖਾਵਿਆਂ ਦੇ ਕਰਮਾਂ ਕਰਤਬਾਂ ਨੂੰ ਛੱਡੋ, ਗੁਰੂ ਨਾਲ ਪ੍ਰੇਮ, ਗੁਰੂ ਕੇ ਸੱਚ ਨੂੰ ਸਵੀਕਾਰ ਕਰ ਲਈਏ। ਛੋਡੋ ਵੇਸ਼ ਭੇਖ ਚਤੁਰਾਈ। ਇਹ ਚਤੁਰਾਈਆਂ ਪੜ੍ਹਦੇ ਨਾ, ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ। ਠੀਕ ਹੈ, ਅਸੀਂ ਚਤੁਰਾਈਆਂ ਚੰਚਲਤਾਵਾਂ ਕਰਕੇ ਘਰ ਪਰਿਵਾਰ 'ਚ ਕੁਝ ਸਮੇਂ ਲਈ ਆਪਣਾ ਨਾਮਣਾ ਜਿਹਾ ਬਣਾ ਲਗੇ, ਫਲਾਣਾ ਬੰਦਾ ਬੜਾ ਚਲਾਕ ਹੈ ਜੀ, ਹੋ ਸਕਦਾ ਹੈ। ਅਸੀਂ ਦੂਜੇ ਨੂੰ ਨੀਚਾ ਦਿਖਾ ਦਿਆਂਗੇ, ਸੰਭਵ ਹੈ। ਕਿਸੇ ਦੀ ਬਦਨਾਮੀ ਬੇਇੱਜ਼ਤੀ ਕਰ ਦਿਆਂਗੇ, ਸੰਭਵ ਹੈ। ਪਰ ਕੀ ਇੱਥੇ ਬੈਠ ਕੇ ਗੁਰੂ ਤਾਂ ਨਜ਼ਰਾਂ ਮਿਲਾ ਪਾਵਾਂਗੇ? ਦਾਰਸ਼ਨਿਕ ਲੋਕ ਜਿੱਥੇ ਸਾਨੂੰ ਇੰਟਰਨਲ ਪਰਸਨੈਲਿਟੀ ਡਿਵੈਲਪ ਕਰਾਉਂਦੇ ਨੇ ਨਾ, ਜਦੋਂ ਅਸੀਂ ਨਿੱਜ ਵਿੱਚ ਅਭਿਆਸਾਂ 'ਚ ਬੈਠਦੇ ਹਾਂ, ਉੱਥੇ ਇੱਕ ਤਕਨੀਕ ਦਿੱਤੀ ਜਾਂਦੀ, ਕਦੇ ਸ਼ੀਸ਼ੇ ਕੇ ਖਲੋ ਜਾਣਾ, ਆਪਣੇ ਸਾਹਮਣੇ ਸ਼ੀਸ਼ਾ ਹੋਵੇ, ਕਮ ਸੇ ਕਮ ਆਪਣਾ ਚਿਹਰਾ ਪ੍ਰਗਟ ਹੋ ਰਿਹਾ ਹੋਵੇ, ਅਤੇ ਸ਼ੀਸ਼ੇ ਦੇ ਵਿੱਚ ਜੋ ਤੁਸਾਂ ਦਾ ਰੂਪ ਹੈ ਨਾ, ਉਹਦਾ ਨਜ਼ਰ ਮਿਲਾ ਕੇ ਦੇਖਣਾ ਕਿ ਵਾਕਿਆ ਹੀ ਤੂੰ ਸੱਤ ਹੈ, ਕਿ ਆਪਣੇ ਨਾਲ ਨਜ਼ਰਾਂ ਮਿਲਾ ਪਾ ਰਹੇ ਹੋ। ਅਤੇ ਜੇ ਆਪਣੇ ਨਾਲ ਨਜ਼ਰਾਂ ਮਿਲਾ ਪਾ ਰਹੇ ਹੋ ਤਾਂ ਫਿਰ ਇੱਥੇ ਆ ਕੇ ਗੁਰੂ ਨਾਲ ਗੱਲ ਕਰਨਾ। ਅਤੇ ਜਿਹਨਾਂ ਆਪਣੇ ਨਾਲ ਹੀ ਨਜ਼ਰਾਂ ਨਹੀਂ ਮਿਲਾ ਪਾ ਰਹੇ, ਤਾਂ ਗੁਰੂ ਨਾਲ ਕੀ ਗੱਲ ਕਰੋਗੇ? ਗੁਰੂ ਦੇ ਸਾਹਮਣੇ ਕਿਹੜਾ ਚਿਹਰਾ, ਕੀ ਇਹ ਕਹਿੰਦਾ ਕਿਆ ਮੁਖ ਲੈ ਕੇ ਜਾਹੇਗਾ, ਧਰਮ ਰਾਜ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ। ਆ ਕਿਹੜਾ ਮੂੰਹ ਲੈ ਕੇ ਜਾਵਾਂਗੇ? ਪੁਰਾਣੇ ਮੁਹਾਵਰੇ ਨਾ, ਕਿਹੜਾ ਮੂੰਹ ਲੈ ਕੇ ਜਾਈਏ, ਕਿਹੜਾ ਮੂੰਹ ਲੈ ਕੇ ਜਾਓਗੇ? ਦੁਨੀਆ ਪ੍ਰਤੀ ਗਾਲੀ ਗਲੋਚ ਅਸੀਂ ਕਰਦੇ ਹਾਂ, ਨਿੰਦਾ ਚੁਗਲੀ ਅਸੀਂ ਕਰਦੇ ਹਾਂ, ਇੱਥੇ ਕਿਹੜਾ ਮੂੰਹ ਲੈ ਕੇ ਬੈਠਦੇ ਆਪਾਂ? ਠੀਕ ਹੈ, ਅਸੀਂ ਬਹਿ ਜਾਂਦੇ ਹਾਂ। ਇੱਥੇ ਆ ਕੇ ਫਿਰ ਕਈ ਵਾਰ ਲੱਗਦਾ ਕਿ ਬਾਬਾ ਸੁਥਰਾ ਬੜਾ ਵਧੀਆ ਸੀ, ਮਹਾਰਾਜ ਦੇ ਅੱਗੇ ਬੈਠੇ ਨੂੰ ਕਹਾਣੀ ਸੁਣਦੇ ਨਾ ਆਪਾਂ ਕਈ ਵਾਰ, ਕਿ 6ਵੇਂ ਪਾਤਸ਼ਾਹ ਸਾਹਿਬ ਦੇ ਹਜ਼ੂਰ ਆ ਕੇ ਬਹਿ ਗਏ, ਕਿਉਂਕਿ 6ਵੇਂ ਪਾਤਸ਼ਾਹ ਸਾਹਿਬ ਦਾ ਬਾਲਕਾ ਪਾਲਿਆ ਸੀ, ਲਾਡਲਾ ਪਿਆਰਾ ਸੀ, ਪਰ ਚੇਤਨਾ ਕਰਕੇ ਬਹੁਤ ਪ੍ਰਬੁੱਧ ਸੀ। ਸਾਹਮਣੇ ਮੈਂ ਆ ਕੇ ਬਹਿ ਗਏ, ਕੀਰਤਨੀ ਇੱਕ ਸ਼ਬਦ ਪੜ੍ਹਿਆ, ਬੜੇ ਸ਼ੌਕ ਨਾਲ ਸਾਹਮਣੇ ਸੁਣਦਾ ਰਿਹਾ। ਜਦੋਂ ਨਾ ਦੂਜਾ ਸ਼ਬਦ ਸ਼ੁਰੂ ਕੀਤਾ ਨੇ ਕਿ ਪਾਸਾ ਵੱਟ ਲਿਆ, ਦੂਸਰਾ ਸ਼ਬਦ ਇੱਕ ਪਾਸਾ ਹੋ ਕੇ, ਤੀਜਾ ਸ਼ਬਦ ਸ਼ੁਰੂ ਕੀਤਾ ਤੇ ਦੂਜਾ ਪਾਸਾ ਕਰ ਲਿਆ। ਉਹਨਾਂ ਅਗਲਾ ਸ਼ੁਭ ਸ਼ਬਦ ਸ਼ੁਰੂ ਕੀਤਾ ਤੇ ਨੇ ਪਿੱਠ ਕਰ ਲਈ, ਬੜੇ ਆਰਾਮ ਨਾਲ ਬਹਿ ਗਿਆ। ਉਹਨਾਂ 1 2 3 4 5 7 ਸ਼ਬਦ ਪੜ੍ਹੇ, ਇਹ ਬੜਾ ਮਸਤ ਹੋ ਕੇ ਸਮਾਧੀ ਲਾ ਕੇ ਬੈਠਾ ਰਿਹਾ। ਹੁਣ ਸਾਰੇ ਸਾਡੇ ਤੁਹਾਡੇ ਵਰਗੇ ਪਰੇਸ਼ਾਨ ਵੀ ਲੈ ਪਿੱਠ ਕਰਕੇ ਬੈਠਾ ਹੈ, ਪਰ ਕੀਰਤਨ 'ਚ ਕੋਈ ਬੋਲ ਨਾ ਪਾਇਆ। ਜਦੋਂ ਥੋੜ੍ਹਾ ਜਿਹਾ ਫੁਰਸਤ ਹੋਈ ਅਤੇ ਸ਼ਿਕਾਇਤ ਕੀਤੀ, ਦੇਖੋ ਮਹਾਰਾਜ ਜੀ ਸੁਥਰਾ ਬੇਅਦਬੀਆਂ ਕਰਦਾ ਹੈ, ਇਹ ਆ ਤੁਹਾਡੇ ਲਈ ਪਿੱਠ ਕਰਕੇ ਬੈਠਾ ਹੈ। ਅਤੇ ਸਤਿਗੁਰੂ ਕਹਿਣਗੇ ਸੱਦ ਲਓ ਭਾਈ, ਬੁਲਾ ਲਓ, ਬੈਠਾ ਤਾਂ ਹੈਗਾ ਹੀ ਹੈ। ਸੱਦ ਲਿਆ, ਸੁਥਰਿਆ ਕੀ ਗੱਲ ਤੂੰ ਬੇਅਦਬੀਆਂ ਕਰਦਾ ਹੈ? ਕਹਿਣ ਲੱਗਾ ਨਹੀਂ ਮਹਾਰਾਜ, ਮੈਂ ਤੁਹਾਡੀ ਬੇਅਦਬੀ ਸੋਚ ਵੀ ਨਹੀਂ ਸਕਦਾ। ਕਹਿਣ ਲੱਗਾ ਫਿਰ ਕੀਤਾ ਕੀ? ਉਹ ਪਹਿਲਾਂ ਬੜਾ ਸੋਹਣਾ ਸਨਮੁਖ ਹੋ ਕੇ ਬੈਠਾ ਹੈ, ਫਿਰ ਇੱਕ ਪਾਸਾ ਕਰ ਲਿਆ, ਫਿਰ ਦੂਜਾ ਪਾਸਾ ਕਰ ਲਿਆ, ਫਿਰ ਪਿੱਠ ਕਰ ਲਈ। ਕਹਿਣ ਲੱਗਾ ਮਹਾਰਾਜ ਕੀ ਕਰੀ, ਮਾਰਦੀ ਬੜਾ ਉਹ, ਸਾਹਮਣੇ ਬੈਠਾ ਸਾਂ, ਤੁਸੀਂ ਤਾਂ ਜੀਣ ਹੀ ਨਹੀਂ ਦਿੰਦੇ, ਬਹਿਣ ਹੀ ਨਹੀਂ ਦਿੰਦੇ, ਸਿੱਧੀਆਂ ਮੂੰਹ 'ਤੇ ਮਾਰਦੇ ਹੋ। ਇਸ ਕਰਕੇ ਭਾਈ ਜਿੰਨੀਆਂ ਕੁ ਖਾ ਸਕੇ ਖਾਧੀਆਂ। ਫਿਰ ਇੱਕ ਪਾਸਾ ਕੀਤਾ ਤੁਸਾਂ ਵੀ ਸੇਕ ਦਿੱਤਾ, ਦੂਜਾ ਪਾਸਾ ਕੀਤਾ ਤੁਸਾਂ ਵੀ ਸੇਕ ਦਿੱਤਾ, ਮੈਂ ਪਿੱਠ ਕਰ ਲਈ। ਮੈਂ ਕਿਹਾ ਤੁਸੀਂ ਮਾਰਦੇ ਰਹੋ, ਆਪਾਂ ਤਾਂ ਢੀਠ, ਆਪਾਂ ਕਿਹੜਾ ਸੁਧਰਨਾ ਹੈ। ਇਹੀ ਹਾਲਤ ਸਾਡੀ ਹੈ। ਇੱਥੋਂ ਸੁਣਦੇ ਹਾਂ, ਕਰਦੇ ਹਾਂ, ਬਲਕਿ ਜੋੜੇ ਘਰ ਤੱਕ ਸ਼ਾਇਦ ਅਸੀਂ ਨਹੀਂ ਲੈ ਕੇ ਜਾਂਦੇ ਜੋ ਇੱਥੇ ਅਸੀਂ ਗੁਰੂ ਕੀ ਬਾਣੀ ਪੜ੍ਹ ਰਹੇ ਹੁੰਦੇ ਹਾਂ। ਬਹੁਤਾਤ ਵਿੱਚ ਦੇਖਿਆ ਹੈ, ਇੱਥੋਂ ਉੱਠ ਕੇ ਉੱਥੋਂ ਤੱਕ ਜਾਂਦੇ ਸੱਤ ਧਰਮ ਗੁਰੂ ਕਿੱਥੇ ਪਤਾ ਹੀ ਨਹੀਂ। ਬਹੁਤਿਆਂ ਨੂੰ ਤੁਸੀਂ ਵੇਖਿਆ ਖਿਮਾ ਕਰਨਾ, ਤੁਸੀਂ ਤਾਂ ਮੈਥੋਂ ਜ਼ਿਆਦਾ ਵੇਖਦੇ ਹੋਗੇ। ਬੜਾ ਸੋਹਣਾ ਮਾਹੌਲ ਬਣਿਆ ਅਤੇ ਰਾਗੀ ਸਿੰਘ ਜਾਂ ਕੀਰਤਨੀਆਂ ਆਨੰਦ ਪਿਆ ਮੇਰੀ ਮਾਏ ਕੇ, ਅਤੇ ਸਭ ਨੂੰ ਗੁਰੂ ਭੁੱਲ ਜਾਂਦਾ। ਬਸ ਉਹਨੇ ਕਿਹਾ ਨਹੀਂ ਕਿ ਆਨੰਦ ਪਿਆ ਮੇਰੀ ਮਾਏ,
तो पता नहीं सी किधर गए। कोलाहल हुंदा है, शोर मचदा है। पुराने बजुर्ग कहंदे सी कल युग आ जांदा है। छड्ड दईए इन्हां चीज़ां नूं। जे किते अगे जाना है, जे अमृत फल प्राप्त करना है, तो सानू इन्हां चीज़ां नूं छोड़ो, छड़ना पैना है। ग्रहण की करना पैना? केवल गुरु का पल्ला, केवल गुरु का शब्द, केवल गुरु का प्यार। आ विआह के समय तो एक रस्मां दे विच आपां एक शब्द पढ़ते हुंदे आ, वो हुण रस्म बन गई है। जदों बच्ची का पिता पल्ला पकड़ांदा है ना, तो एक कीर्तनीय शब्द पढ़ते ने, उस्तत निंदा नानक जी में हब वंजाई छोड़िया, हब किश त्यागी हबे साख कुड़ावे डिठे ताओ, पल्ले तैंडे लागी। सुन समा वो ढुकवां लगदा, असीं ढुकवें शब्द पढ़ते हैं, पर सच चरणा ये शब्द साडे निज लई है। अपने गुरु दे नाल खुद की गल करनी सच्चे पातशाह नूं समझ आ गई है। ये संसार ते संबंध ते कुड़ावे ने, ये तो दो कदम नाल नहीं चलते, ये तो जिथे भी लोड़ पैंदी छड्ड जांदे ने। इस करके तेरा पल्ला पकड़ लिया। मैनू तेरे पल्ले की जरूरत है, मैनू तेरे हाथ की जरूरत है, मैनू तेरी बख्शिश की जरूरत है। असीं इत्थे पहुँच सकी। गुरुदेव तो बड़ा स्पष्ट कदे कदे कहने, छोड़ो, छड्ड दिओ भाई। आ दिखावे दे कर्म धर्मां नूं लोकां नूं दिखाउणा छड्ड दिओ। लीड़ियां कपड़िਆਂ 'ਚ कहना विखावा छड्ड दिओ। आ विआहां दे समय तो लोग दाज दहेज वरी दिखाते सी। महाराज वो भी कहते हैं, होर जे मनमुख दाज जे रख दिखा लें से कूड़ अहंकार कच पाजो। विखावा काहदा करदे, किनूं दिखाउने सी? छोडो वेश भेख चतुराई दुविधा यह फल नाही जी प्यारिओ। मन विच दुविधा है। दुविधा का भाव है नहीं कि दुचिता, मन विच दुचिता पान है। असीं कहिंदे कुछ हाँ, करदे कुछ हाँ, बनदे धर्मी हाँ, अंदरों पूर्ण असीं कुछ हो रही हाँ, असीं मायावी हाँ। ये फल जो अमृत फल लैण आए हाँ, वो इस तरह नहीं जी मिलना। की करिए? महाराज कहण लगे, मन रे थिर रहो। थिर रहो तो मतलब टिके रहो, स्थिर रहो। एक बड़ा प्यारा जिहा बचन है, बचपन च सब नूं याद कराया गया सी, शायद हुण भी कदे याद होवे। मैनूं याद है कि असीं जद छोटे छोटे हुंदे सारे शायद साडी पीढ़ी के लोग जिहड़े मेथों समेत वड्डे बैठे हो, उदों वही शब्द याद करवाउंदे हुंदे सी। हुण दी नवीं जनरेशन का पता नहीं की कर रही है। थिर कर बैसो हर जन प्यारे। दरबार साहब रोज़ाना पढ़ाया जाता है। आरती तो बाद विच रोज़ाना बिना नाक का शब्द पढ़ाया जाता है। थिर कर बैसो हर जन प्यारे। फिर की होएगा? सतगुर तुमरे काज सवारे। बस काम तो असीं इन्ना साथों सारी जिंदगी इन्ना काम नहीं हो पाया। थिर कर बैसो, टिक के नहीं बह पाए असीं। घर परिवार संसार च भी कई बार असीं कोई न्याणा खरूद करदा कि टिक के बह जाओ। आपां बच्चे ने देख ना, टिक के बह जाओ तां कुछ मिलेगा। तो गुरु महाराज कहते टिक के बह जाओ। पर असीं कितना को टिक के बैठे हाँ, ये बारे असीं आप अपने बारे की साडा मन थोड़ा बहुता टिकिया? इन्ने समय तो असीं पढ़ रहे हैं, सुन रहे हैं, गा रहे हैं, बजा रहे हैं, कि साडा मन टिकिया? अपने बारे देखना कितना को टिकाओ साडे कोल है, मन की स्थिरता कितनी को साडे कोल है। तो महाराज कहने लगे, मन रे थिर रहो, टिक जा पाई, मत कत जाही जो मतां फिर किते तुर जाए। चलो आज पिछे जो हो गया सो गया। एक बड़ा प्यारा बचन ना भाई नंद लाल साहब जी का जो लिखा मिलता है, आ गए समझ चलो नंद लाला, पातशाह जो बीती सो बीती। जो पिछे हो गया कोई गल नहीं, आपां पिछले बीत चुके उन्होंने तो वापस लिया ही नहीं सकते। चंगा हो गया तां भी ठीक है, मंदा हो गया तां भी ठीक है, साथों गलत हो गया तां भी कोई गल नहीं। महाराज भी कहते हैं बाबा कबीर साहब दे राही, वो कोई गल नहीं, पातशाह भोग जे भोगवे तेन को गुड़ लै खाए, गल मुकाओ दी। अज जद भी फैसला करना होंदा है, साडे परिवारां च किते मतभेद पै जाए, कोई भैन भरा लड़ पैंदे होण ते सियाणे बंदे आके की कहंदे ने, कोई गल नहीं, पिछली छड्डो, मिट्टी पाओ, जो पिछे हो गया मिट्टी पा दो, अज तो अगे ना करो, रल के चलो, बह के चलो, इदां ही कहते ना। तो जो पिछे हो गया कोई गल नहीं भाई, चंगा हो गया मंदा हो गया, असीं नहीं कर पाए। महाराज कहन लगे, मत हुण देखी, हुण ना जाए किते, जे अज इत्थे बैठा है ना तो मत कत जाही, मतां तो फिर भज जाए किते। इत्थे अरदास करके जाए, मतां फिर बाहरों तुरया फिरदा होवे, इत्थे अरदास करके दे करा के प्रसाद लैके वाहिगुरू वाहिगुरू करदा घर जाए, घर जाण तो पहलां किते होर मज़ार वाल तुरया जांदा होवे, बाज़ार नूं जांदे राह ते जांदे कोई होर टिकाणा पै गया तो उत्थे लम्मा पिया होवे, ना भाई किदा इदां ना करी।
ਮਤ ਕਤ ਜਾਹੀ ਜੀਓ। ਕੇਵਲ ਉਹੀ ਨਹੀਂ, ਤੂੰ ਕਿਤੇ ਹੋਰ ਥਾਵਾਂ ਈਰਖਾ, ਨਿੰਦਾ, ਚੁਗਲੀ, ਦਵੈਸ਼ ਇਹ ਨਾ ਭਟਕ ਜੇ, ਆਪਣੇ ਕੇਂਦਰ ਤੋਂ ਨਾ ਭਟਕ ਜੇ। ਤੂੰ ਲੋਭ ਲਾਲਚਾਂ ਦੇ ਪਿੱਛੇ, ਰਾਜਨੀਤੀ ਦੇ ਪਿੱਛੇ ਇੱਕ ਦੂਜੇ ਨਾਲ ਵਿਗਾੜ ਬੈਠੀ, ਭੈਣ ਭਰਾਵਾਂ ਦੇ ਨਾਲ ਵਿਗਾੜ ਬੈਠੀ, ਤੂੰ ਆਪਣੇ ਨਾਲ ਨਾ ਵਿਗਾੜ ਬੈਠੀ। ਇਹ ਤਾਂ ਇੱਦਾਂ ਹੀ ਚੱਲਦਾ ਰਹਿਣਾ, ਸੰਸਾਰ ਇੱਦਾਂ ਹੀ ਰਹਿਣਾ ਹੈ। ਪਰ ਮਤਾਂ ਤੂੰ ਆਪਣੇ ਕੇਂਦਰ ਤੋਂ ਨਾ ਭਟਕ ਜੀ ਕਿਤੇ। ਅਸੀਂ ਆਪਣੇ ਟਿਕ ਰਹੀਏ, ਮਤ ਕਤ ਜਾਹੇ ਜੀਓ। ਮਹਾਰਾਜ ਕੀ ਕਰੀਏ ਫਿਰ? ਕਹਿਣ ਲੱਗੇ ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਚੇਤਾ ਰੱਖੀ, ਜੇ ਘਰ ਨੂੰ ਛੱਡ ਕੇ ਬਾਹਰ ਚਲਾ ਜਾਏਗਾ ਤਾਂ ਬੜੇ ਦੁੱਖ ਮਿਲਣਗੇ। ਅੱਜ ਵੀ ਅਸੀਂ ਵੇਖਿਆ ਜਿਹੜੇ ਬੱਚੇ ਕਿਸੇ ਕਾਰਨ ਆਪਣੇ ਮਾਪਿਆਂ ਦਾ ਘਰ ਛੱਡ ਜਾਂਦੇ ਨੇ, ਉਹਨਾਂ ਤੋਂ ਪੁੱਛੀਏ ਵੀ ਤੁਸੀਂ ਸੌਖੇ ਰਹੇ ਹੋ? ਠੀਕ ਹੈ, ਸਮਾਂ ਪਾ ਕੇ ਸੈਟਲ ਹੋ ਜਾਂਦੇ, ਬਾਹਰੋਂ ਨਜ਼ਰ ਆਉਂਦੇ ਹੁਣ ਕਿ ਠੀਕ ਹੈ 10-20-30 ਸਾਲ ਬਾਅਦ ਮਿਲੇ, ਰੋਟੀ ਖਾਣ ਲੱਗ ਪਏ ਨੇ, ਸੈਟਲ ਹੋ ਗਏ। ਪਰ ਪੁੱਛੇ ਵੀ ਕਿ ਸੌਖੇ ਰਹੇ ਹੋ? ਕਹਿਣ ਲੱਗੇ ਨਾ ਭਾਈ, ਅਸਾਂ ਤਾਂ ਇਹ ਗਲਤੀ ਕੀਤੀ, ਤੁਸਾਂ ਨਾ ਕਰਿਓ। ਅਸੀਂ ਤਾਂ ਆਪਣੇ ਮਾਪਿਆਂ ਦਾ ਘਰ ਛੱਡਿਆ, ਗਲਤੀ ਕੀਤੀ, ਤੁਸਾਂ ਨਾ ਛੱਡਿਓ। ਕਿਉਂਕਿ ਬਹੁਤ ਦੁੱਖ ਮਿਲਦੇ, ਲੋਕਾਂ ਦੇ ਤੜੇ ਤਾਨੇ ਮਿਹਣੇ। ਇੱਕ ਮਾਪਿਆਂ ਦੀ ਡਾਂਟ ਖਾਣੀ ਸੌਖੀ ਹੈ, ਜਣੇ ਖਾਣੇ ਦੀ ਖਾਣੀ ਪੈਂਦੀ। ਫਿਰ ਜਣੇ ਖਾਣੇ ਨੂੰ ਜੀ ਜੀ ਕਰਨਾ ਪੈਂਦਾ। ਅਤੇ ਬਿਹਤਰ ਨਹੀਂ ਆਪਣੇ ਮਾਪਿਆਂ ਨੂੰ ਜੀ ਕਹੋ, ਆਪਣੇ ਮਾਪਿਆਂ ਨੂੰ ਬਣਾ ਕੇ ਰੱਖੋ। ਜਣੇ ਖਣੇ ਕੇ ਹੱਥ ਜੋੜਨੇ ਪੈਂਦੇ ਨੇ, ਪੈਰ ਛੋਣੇ ਪੈਂਦੇ ਨੇ। ਮਹਾਰਾਜ ਪਿਆਰੇ ਕਹਿੰਦੇ ਬਾਹਰ ਢੂੰਡਣ ਬਹੁਤ ਦੁੱਖ ਪਾਵੇ। ਇਸੇ ਤਰ੍ਹਾਂ ਗੁਰੂ ਦਾ ਘਰ ਛੱਡ ਕੇ ਜਾਏਗਾ ਨਾ, ਬੜੇ ਦੁੱਖ ਮਿਲਣਗੇ, ਬੜਾ ਭਟਕਣਾ ਪਏਗਾ, ਮਾਰ ਪਏਗੀ, ਪਤਾ ਨਹੀਂ ਕੀ ਕੁਝ ਸਹਿਣਾ ਪਏ, ਕੀ ਕੁਝ ਕਰਨਾ ਪਏ। ਜੰਮ ਮਾਰੇਗਾ, ਸਾਹ ਕੱਢ ਲੇਗਾ, ਹੱਡੀਆਂ ਨੂੰ ਕੜਕਾ ਕੇ ਜਾਂ ਦਮ ਕੱਢ ਲੇਗਾ, ਬੜੇ ਦੁੱਖ ਮਿਲਣਗੇ। ਅਤੇ ਜੇ ਗੁਰੂ ਕੇ ਦਰ 'ਤੇ ਬਿਠਿਆ ਰਹੇਗਾ, ਟਿਕਿਆ ਰਹੇਗਾ, ਇੱਥੇ ਜੰਮ ਨੇੜੇ ਹੀ ਨਹੀਂ ਆਵੇਗਾ ਤੇਰੇ। ਅਸੀਂ ਹੋਰ ਗੱਲਾਂ ਤਾਂ ਨਹੀਂ ਕਰਦੇ, ਇਤਨੇ ਯਕੀਨ ਰੱਖੀ ਗੁਰੂ ਕੇ ਦਰ 'ਤੇ ਟਿਕੇ ਹਾਂ, ਜੰਮ ਨੇੜੇ ਹੀ ਨਹੀਂ ਆਵੇਗਾ। ਫਿਰ ਕੀ ਮਰੋਗੇ ਹੀ ਨਹੀਂ, ਬੈਠੇ ਰਹੋ? ਨਹੀਂ, ਜਦੋਂ ਮਾਲਕ ਦਾ ਹੁਕਮ ਆਏਗਾ ਸਰੀਰ ਛੁੱਟੇਗਾ, ਉੱਤੇ ਛੁੱਟਣਾ ਹੀ ਛੁੱਟਣਾ, ਅੱਜ ਨਹੀਂ ਤੇ ਕੱਲ੍ਹ ਛੱਡਣਾ ਹੈ। ਪਰ ਮਰਾਂਗੇ ਨਹੀਂ, ਜੰਮ ਨਹੀਂ ਮਾਰੇਗਾ। ਫਿਰ ਗੁਰਮੁਖਾਂ ਦੇ ਬਾਬਤ ਤੇ ਜੰਮ ਨਾ ਪੇਖੈ ਨੈਣ, ਇੱਥੇ ਜੰਮ ਹੁੰਦਾ ਹੀ ਨਹੀਂ, ਇੱਥੇ ਦੁੱਖ ਹੁੰਦਾ ਹੀ ਨਹੀਂ। ਇਸ ਕਰਕੇ ਸਦਾ ਚਿੰਤਨ ਕਰਕੇ, ਚੇਤਨਾ ਕਰਕੇ ਗੁਰੂ ਕੇ ਦਰ 'ਤੇ ਟਿਕੀ ਰਹੀਏ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਉਹ ਘਰ ਬਹਿ ਕੇ ਦੇਖ, ਘਰ ਟਿਕ ਕੇ ਦੇਖ, ਇੱਥੇ ਅੰਮ੍ਰਿਤ ਹੈ, ਤੈਨੂੰ ਮਿਲੇਗਾ। ਪਰ ਇੱਥੇ ਟਿਕਣਾ ਪੈਣਾ। ਯਾਦ ਰੱਖਣਾ, ਸੰਸਾਰ ਦੇ ਵਿੱਚ ਇੱਕ ਫਿਲਾਸਫੀਕਲ ਤਰੀਕਾ ਵਰਤਿਆ ਜਾਂਦਾ ਹੈ। ਸੰਸਾਰਿਕ ਤੌਰ 'ਤੇ ਕਾਮਯਾਬੀ ਉਹਨੂੰ ਮਿਲਦੀ ਹੈ ਜੋ ਐਕਟਿਵ ਹੁੰਦਾ ਹੈ, ਦਿਲ ਕਰਕੇ, ਦਿਮਾਗ ਕਰਕੇ, ਤਨ ਕਰਕੇ ਅਤੇ ਮਨ ਕਰਕੇ। ਜਿਤਨਾ ਜ਼ਿਆਦਾ ਐਕਟਿਵ ਹੈ ਉਤਨੀ ਜ਼ਿਆਦਾ ਕਮਾਈ ਬੂਤੀ ਕਰਦਾ ਹੈ। ਅੱਜ ਵੀ ਅਸੀਂ ਇਹੀ ਤਰੀਕਾ ਦੇਖਦੇ ਨਾ। ਜਿਹੜਾ ਮੰਦਬੁੱਧੀ ਹੈ ਉਹ ਕਮਾਈ ਨਹੀਂ ਕਰ ਪਾ ਰਿਹਾ। ਅਤੇ ਸੰਸਾਰ ਵਿੱਚ ਚੱਲਣ ਵਾਸਤੇ, ਸੰਸਾਰ ਦੇ ਨਾਲ ਚੱਲਣ ਵਾਸਤੇ ਸਾਨੂੰ ਅਪਡੇਟ ਰਹਿਣਾ ਪੈਂਦਾ। ਸੰਸਾਰ ਦੇ ਮੁਤਾਬਕ ਖਾਣ ਪਾਨ, ਲਿਬਾਸ, ਰਹਿਣ ਸਹਿਣ ਸਭ ਕੁਝ ਕਰਨਾ ਪੈਂਦਾ, ਕਿਉਂਕਿ ਐਕਟਿਵ ਰਹਿਣਾ ਪੈਂਦਾ। ਪਰ ਚੇਤਾ ਰੱਖਣਾ, ਸੰਸਾਰ ਵਿੱਚ ਕਾਮਯਾਬ ਹੋਣ ਵਾਸਤੇ ਪੂਰਨ ਤੌਰ 'ਤੇ ਚਲੰਤ ਅਤੇ ਐਕਟਿਵ ਚੱਲਦਾ ਪੁਰਜਾ ਬਣਨਾ ਪੈਣਾ। ਪਰ ਅਧਿਆਤਮ ਦੇ ਵਿੱਚ ਕਾਮਯਾਬ ਹੋਣ ਵਾਸਤੇ ਟਿਕਣਾ ਪੈਣਾ। ਇਹ ਦੋਨੋਂ ਉਲਟ ਨੇ। ਇਸੇ ਕਰਕੇ ਭਗਤਾਂ ਅਤੇ ਸੰਸਾਰ ਨੂੰ ਜੋੜ ਨਹੀਂ ਹੁੰਦਾ, ਕਿਉਂਕਿ ਸੰਸਾਰ ਚੱਲਣ ਦਾ ਨਾਮ ਹੈ ਅਤੇ ਭਗਤੀ ਮੰਡਲ ਟਿਕਣ ਦਾ ਨਾਮ ਹੈ। ਭਗਤੀ ਖੇਤਰ ਪੂਰਨ ਤੌਰ 'ਤੇ ਟਿਕਾਓ ਮੰਗਦਾ ਹੈ ਅਤੇ ਸੰਸਾਰ ਪੂਰਨ ਤੌਰ 'ਤੇ ਚਲਾਏ ਮੰਨਦਾ ਹੈ। ਜੇ ਸੰਸਾਰ ਦੇ ਵਿੱਚ ਜਾ ਕੇ ਠਹਿਰ ਜਾਓ ਤਾਂ ਨਹੀਂ ਚੱਲ ਪਾਓਗੇ, ਅਤੇ ਜੇ ਭਗਤੀ 'ਚ ਚੱਲ ਗਏ ਤਾਂ ਕੁਝ ਕਰ ਨਹੀਂ ਪਾਓਗੇ। ਸਮਝਾਉਣ ਵਾਸਤੇ ਦਾਰਸ਼ਨਿਕ ਸਮਝਾਉਂਦੇ ਹੁੰਦੇ ਨੇ, ਅਸੀਂ ਪਹੀਏ ਦੇਖਦੇ ਨਾ, ਸਾਡੇ ਵਹੀਕਲਸ 'ਤੇ ਪਹੀਏ ਘੁੰਮ ਚੱਲਦੇ ਨੇ, ਪਰ ਕਦੇ ਵੇਖਿਆ ਜੇ ਪਹੀਆਂ ਦਾ ਧੁਰਾ ਵੀ ਚੱਲਦਾ ਹੈ? ਨਹੀਂ, ਧੁਰਾ ਨਹੀਂ ਘੁੰਮਦਾ, ਪਹੀਆ ਘੁੰਮਦਾ ਹੈ। ਅਤੇ ਜੇ ਕਲਪਨਾ ਕਰੋ ਧੁਰਾ ਘੁੰਮਣ ਲੱਗ ਪਏ ਤਾਂ ਫਿਰ ਕੀ ਬਣੇਗਾ? ਅਤੇ ਜੇ ਪਹੀਆ ਠਹਿਰ ਜੇ ਤਾਂ ਫਿਰ ਕੀ ਬਣੇਗਾ? ਫਿਰ ਯਾਤਰਾ ਨਹੀਂ ਹੋਏਗੀ, ਗੱਡੀਆਂ ਨਹੀਂ ਚੱਲਣਗੀਆਂ। ਗੱਡੀਆਂ ਬਿਹਤਰੀਨ ਤਰੀਕੇ ਨਾਲ ਤਾਂ ਚੱਲਦੀਆਂ ਨੇ, ਧੁਰੇ ਟਿਕੇ ਰਹਿੰਦੇ ਨੇ, ਮਜ਼ਬੂਤ ਰਹਿੰਦੇ ਨੇ, ਭਾਰ ਚੁੱਕਦੇ ਨੇ, ਪਰ ਪਹੀਏ ਘੁੰਮਦੇ ਰਹਿੰਦੇ ਨੇ। ਗੁਰਬਾਣੀ 'ਚ ਇੱਕ ਬੜਾ ਬਾਰੀਕ ਜਿਹਾ ਸੂਤਰ ਹੈ, ਪੜ੍ਹ ਕੇ ਦੇਖੇ। ਗੁਰਬਾਣੀ 'ਤੇ ਹਰ ਨੁਕਤੇ ਦੀ ਗੱਲ ਕੀਤੀ ਹੈ। ਜਿਨ੍ਹਾਂ ਦੇ ਕਿਸੇ ਕਾਰਨ ਧੁਰੇ ਹਿੱਲ ਗਏ, ਧੁਰੇ ਟੁੱਟ ਗਏ, ਉਹਨਾਂ ਦੇ ਜੀਵਨ ਦੇ ਗੱਡੇ ਮੂਧੇ ਮੂੰਹ ਡਿੱਗੇ ਹੁੰਦੇ ਨੇ। ਪਾਵਨ ਬਚਨ ਪਾਠ ਕਰਨ ਪੜ੍ਹਨ, ਧਰ ਟੂਟੀ ਗਾਡੋ ਸਿਰ ਭਾਰ। ਜੇ ਕਿਤੇ ਅੰਦਰਲੀ ਧੁਰ ਟੁੱਟ ਜਾਏ ਤੇ ਗੱਡਾ ਸਿਰ ਪਰਨੇ ਪਿਆ ਹੁੰਦਾ। ਸੜਕਾਂ 'ਤੇ ਕਦੇ ਕਦੇ ਵੇਖੀਦਾ ਨਾ, ਐਕਸਲ ਟਰੱਕ ਦਾ ਟੁੱਟ ਜਾਂਦਾ ਤੇ ਵਿਚਾਰਾ ਮੂੰਹ ਪਰਨੇ ਪਿਆ ਹੁੰਦਾ। ਚੱਲਦਾ ਕਦੋਂ ਹੈ? ਜਦੋਂ ਪਹੀਏ ਕਾਮਯਾਬੀ ਨਾਲ ਚੱਲਦੇ ਨੇ,
ਉਹ ਐਕਸਲ ਉਹ ਧੁਰ ਮਜ਼ਬੂਤੀ ਨਾਲ ਆਪਣੀ ਜਗ੍ਹਾ 'ਤੇ ਟਿਕਿਆ ਰਹਿੰਦਾ ਹੈ। ਯਾਦ ਰੱਖਣਾ, ਸਾਡੀ ਭਗਤੀ, ਸਾਡਾ ਮਨ, ਸਾਡਾ ਅੰਦਰੂਨੀ ਪੱਖ, ਸਾਡਾ ਐਕਸਲ ਹੈ, ਉਹ ਮਜ਼ਬੂਤ ਰਹਿਣਾ ਚਾਹੀਦਾ। ਧੁਰਾ ਹੈ, ਉਹ ਨਹੀਂ ਘੁੰਮਣਾ, ਪਰ ਉਹਦੇ ਆਲੇ ਦੁਆਲੇ ਸੰਸਾਰ ਨੇ ਘੁੰਮਣਾ। ਸੰਸਾਰ ਵੱਲ ਚੇਤਨ ਚਲਾਏਮਾਨ ਹੈ, ਸੰਸਾਰ ਕਿਉਂਕਿ ਹੈ ਹੀ ਚਲਾਏਮਾਨ। ਅੰਦਰ ਟਿਕੇ ਰਹੀਏ। ਮਹਾਰਾਜ ਵੀ ਕਹਿਣ ਲੱਗੇ, ਜੇ ਟਿਕੇਗਾ ਤੇ ਤੂੰ ਅੰਮ੍ਰਿਤ ਪ੍ਰਾਪਤ ਕਰ ਲੇਗਾ। ਤਾਂ ਹੀ ਕਹਿੰਦਾ ਥਿਰ ਰਹੋ, ਟਿਕ ਕੇ ਬਹਿ ਜਾਓ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਅੱਜ ਕਹਿੰਦੇ ਕਿ ਮਨ ਰੇ ਥਿਰ ਰਹੋ, ਮਤ ਕਤ ਜਾਹੇ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵਹਿ, ਘਰ ਅੰਮ੍ਰਿਤ ਘਟ ਮਾਹੇ ਜੀਓ। ਅੰਮ੍ਰਿਤ ਘਰ ਵਿੱਚ ਹੈ, ਕਿੱਥੇ ਜੀ? ਤੇਰੇ ਹਿਰਦੇ ਦੇ ਵਿੱਚ ਹੈ। ਇਸੇ ਕਰਕੇ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਇਹ ਹਰ ਰੋਜ਼ ਥੋੜ੍ਹੀ ਜਿਹੀ ਮਿਹਨਤ ਕਰ, ਹਰ ਰੋਜ਼ ਥੋੜ੍ਹੀ ਜਿਹੀ ਮਿੱਟੀ ਪੁੱਟ ਲਾ। ਸਿਆਣੇ ਕਹਿੰਦਾ ਨਾ, ਜੇ 100 ਫੁੱਟ ਥੱਲੇ ਪਾਣੀ ਹੈ ਤੇ ਤੁਹਾਨੂੰ 100 ਫੁੱਟ ਮਿੱਟੀ ਪੁੱਟਣੀ ਪੈਣੀ ਹੈ। ਪਰ ਇੱਕੇ ਥਾਂ 'ਤੇ ਰੋਜ਼ ਪੁੱਟ, 1 ਫੁੱਟ ਰੋਜ਼ ਪੁੱਟੇਗਾ ਤੇ 100 ਦਿਨ 'ਚ ਪਹੁੰਚ ਜਾਏਗਾ। ਤੇ ਜੇ 100 ਥਾਂ 'ਤੇ ਪੁੱਟੇਗਾ ਤੇ ਕੁਛ ਵੀ ਨਹੀਂ ਮਿਲੇਗਾ। ਯਤਨ ਕਰੀਏ, ਟਿਕ ਕੇ ਅਸੀਂ ਹਿਰਦੇ 'ਚ ਆਪਣੇ ਕਰਮਾਂ ਨੂੰ ਵਾਚਦੇ ਰਹੀਏ। ਥੋੜ੍ਹਾ ਥੋੜ੍ਹਾ ਸੁਧਾਰ ਵੀ ਹੁੰਦਾ ਜਾਏ ਤੇ ਇੱਕ ਦਿਨ ਅਸੀਂ ਆਪਣੇ ਮੁਕਾਮ 'ਤੇ ਪਹੁੰਚ ਜਾਵਾਂਗੇ, ਜਿੱਥੇ ਅੰਮ੍ਰਿਤ ਮਿਲਦਾ ਹੈ, ਜਿੱਥੇ ਆਨੰਦ ਮਿਲਦਾ ਹੈ। ਫਿਰ ਅਸੀਂ ਫਖਰ ਨਾਲ ਕਹਿ ਪਾਵਾਂਗੇ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਕਿਉਂਕਿ ਸਤਿਗੁਰੂ ਦੇ ਕੋਲ ਅੰਮ੍ਰਿਤ ਹੈ। ਸਤਿਗੁਰੂ ਅੰਮ੍ਰਿਤ ਦਿੰਦੇ ਨੇ, ਉਹ ਅੰਮ੍ਰਿਤ ਸਾਨੂੰ ਪ੍ਰਾਪਤ ਹੋ ਸਕੇ। ਇਤਨੇ ਕੁ ਬਚਨ ਪ੍ਰਵਾਨ ਕਰਨਾ। ਭੁੱਲ ਚੁੱਕ ਦੇ ਖਿਮਾ, ਆਸੀਸ ਅਤੇ ਪਿਆਰ ਦੇਣਾ, ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।